ਸਿੰਘ ਬਿਸਾਲਾ ਧਰੋਂ ਤਰਾ ਪਰ ਪੁਨ ਪੁਨ ਸੀਸਾ ਵਾਹਿਗੁਰੂ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਧਰੋਂ ਤਰਾ ਪਰ ਪੁਨ ਪੁਨ ਸੀਸਾ ਵਾਹਿਗੁਰੂ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਜਿਸ ਨਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਧ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਇ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਕਰ ਕਾਰਜ ਅਰਜਨ ਗੁਰੂ ਪਰਮ ਪ੍ਰਸੰਨਤਾ ਪਾਏ ਕਰਿਓ ਚਹਿਤ ਬੱਡ ਬੀੜ ਕੋ ਸਭ ਬਾਣੀ ਇਕ ਥਾਏ ਕਰ ਕਾਰਜ ਅਰਜਨ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਚਵਰ ਛਤਰ ਤਖਤ ਜੀ ਦੇ ਮਾਲਕ ਦਸਾਂ ਹੀ ਪਾਤਸ਼ਾਹੀਆਂ ਕੀ ਆਤਮਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦਿਨ ਦੇ ਚੌਥੇ ਪਹਿਰ ਦੇ ਸੁੰਦਰ ਦੀਵਾਨ ਚੱਲ ਰਹੇ ਹਨ। ਸਜੇ ਹੋਏ ਦੀਵਾਨਾਂ ਅੰਦਰ ਅਤੀ ਸਨਮਾਨਯੋਗ ਰਾਗੀ ਸਿੰਘਾਂ ਪਾਸੋਂ ਆਪ ਸੰਗਤਾਂ ਨੇ ਅੰਮ੍ਰਿਤਮਈ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸਾਧ ਸੰਗਤ ਜੀ, ਅੱਜ ਪੰਥ ਦੇ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਜੀ ਨਲੂਆ ਤਿੰਨਾਂ ਦਾ ਸ਼ਹੀਦੀ ਦਿਹਾੜਾ ਹੈ। ਆਪ ਜੀ ਦਾ ਜਨਮ ਸਨ 1791 ਪਿੰਡ ਗੁਜਰਾਂਵਾਲਾ ਪਿਤਾ ਗੁਰਦਿਆਲ ਸਿੰਘ ਜੀ ਮਾਤਾ ਧਰਮ ਕੌਰ ਜੀ ਦੀ ਕੁੱਖ ਤੋਂ ਹੋਇਆ। ਬਚਪਨ ਤੋਂ ਆਪ ਜੀ ਤੀਖਣ ਬੁੱਧੀ ਵਾਲੇ ਸਨ। ਜੋ ਕੁਝ ਆਪ ਜੀ ਪੜ੍ਹਦੇ ਸੁਣਦੇ ਆਪਣੇ ਚਿੱਤ ਵਿੱਚ ਵਸਾ ਲੈਂਦੇ। 7 ਸਾਲ ਦੀ ਉਮਰ ਵਿੱਚ ਆਪ ਜੀ ਦੇ ਪਿਤਾ ਜੀ ਚਲਾਣਾ ਕਰ ਗਏ। ਬਾਅਦ ਵਿੱਚ ਆਪ ਜੀ ਨੇ ਆਪਣਾ ਬਚਪਨ ਜਿਹੜਾ ਸੀ ਆਪਣੇ ਮਾਮੇ ਦੇ ਗ੍ਰਹਿ ਵਿਖੇ ਬਤੀਤ ਕੀਤਾ। ਸਨ 1805 ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਬਸੰਤ ਦਰਬਾਰ ਕਰਵਾਇਆ, ਜੋ ਹਰ ਸਾਲ ਉਹ ਇਹ ਦਰਬਾਰ ਕਰਾਉਂਦੇ ਸਨ, ਜਿਸ ਵਿੱਚ ਆਪ ਜੀ ਤਲਵਾਰਬਾਜੀ, ਨੇਜਾਬਾਜੀ, ਘੋੜਸਵਾਰੀ, ਯੋਧਿਆਂ ਦੇ ਜ਼ੋਰ ਦੇਖਦੇ ਅਤੇ ਉਹਨਾਂ ਨੂੰ ਇਨਾਮ ਦਿੰਦੇ। ਉਹਨਾਂ ਦੀ ਹੌਸਲਾ ਅਫਜ਼ਾਈ ਕਰਨ ਵਾਸਤੇ ਬਹੁਤੇ ਇਨਾਮ ਦਿੱਤੇ ਜਾਂਦੇ। ਇਸ ਵਿੱਚ ਹਰੀ ਸਿੰਘ ਨਰੂਏ ਨੇ ਭਾਗ ਲਿਆ। ਆਪ ਜੀ ਦੇ ਬਹਾਦਰੀ ਦੇ ਕਰਤੱਵ ਦੇਖ ਕੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹਨਾਂ ਨੂੰ ਆਪਣੀ ਫੌਜ ਦੇ ਵਿੱਚ ਸ਼ਾਮਲ ਕਰ ਲਿਆ। ਫਿਰ ਆਪ ਜੀ ਨੇ ਸਨ 1807 ਨੂੰ ਜਦੋਂ ਕਸੂਰ ਨੂੰ ਫਤਿਹ ਕੀਤਾ ਤੇ ਮਹਾਰਾਜੇ ਨੇ ਪ੍ਰਸੰਨ ਹੋ ਕੇ ਆਪ ਜੀ ਨੂੰ ਜਗੀਰ ਵੀ ਦਿੱਤੀ। ਸਨ 1810 ਨੂੰ ਮੁਲਤਾਨ ਨੂੰ ਚੜ੍ਹਾਈ ਕੀਤੀ ਤੇ ਦੂਸਰੀ ਤਰਫ ਜਿਹੜੀਆਂ ਫੌਜਾਂ ਸਨ ਉਹ ਵੀ ਅੱਗੋਂ ਡਟੀਆਂ ਰਹੀਆਂ। ਇੱਧਰ ਫਿਰ ਜਿਹੜੀ ਮੁਲਤਾਨ ਦੀ ਕਿਲੇ ਦੀ ਕੰਧ ਸੀ ਉਹਨੂੰ ਢਾਉਣ ਵਾਸਤੇ ਸਿਰ ਲੱਥ ਯੋਧਿਆਂ ਦੀ ਲੋੜ ਸੀ, ਕਿਉਂਕਿ ਤੋਪ ਚਲਾਉਣ ਵਾਸਤੇ ਯੋਧੇ ਚਾਹੀਦੇ ਸਨ ਜਿਹੜਾ ਆਪਾ ਨਿਸ਼ਾਵਰ ਕਰਨ। ਸਭ ਤੋਂ ਪਹਿਲਾਂ ਸਰਦਾਰ ਹਰੀ ਸਿੰਘ ਨਲੂਏ ਨੇ ਆਪਣਾ ਆਪ ਹਾਜ਼ਰ ਕੀਤਾ। ਇਹਨਾਂ ਦੀ ਬਹਾਦਰੀ ਨੂੰ ਦੇਖ ਕਰਕੇ ਮਹਾਰਾਜਾ ਬੜਾ ਪ੍ਰਸੰਨ ਹੋਇਆ
ਜੰਗ ਜਿੱਤਣ ਤੋਂ ਬਾਅਦ ਆਪ ਜੀ ਦਾ ਉੱਚਾ ਰੁਤਬਾ ਕੀਤਾ ਗਿਆ। ਫਿਰ ਆਪ ਜੀ ਨੇ ਜਿੱਧਰ ਨੂੰ ਵੀ ਆਪਣੇ ਕਦਮ ਵਧਾਏ, ਜਿੱਤ ਨੇ ਪੈਰ ਚੁੰਮੇ। ਜਿਹੜਾ ਕਸ਼ਮੀਰ ਦਾ ਇਲਾਕਾ ਸੀ ਉਹ ਖਾਲਸੇ ਰਾਜ ਵਿੱਚ ਸ਼ਾਮਲ ਕੀਤਾ। ਸਨ 1834 ਨੂੰ ਆਪ ਜੀ ਨੇ ਵਿਚਾਰਿਆ ਕਿ ਜਿਹੜੇ ਇਲਾਕੇ ਪੰਜਾਬ ਅਤੇ ਹਿੰਦੁਸਤਾਨ ਨੂੰ ਲੁੱਟਣ ਵਾਸਤੇ ਬਾਹਰੋਂ ਹਮਲਾਵਰ ਜਿਨ੍ਹਾਂ ਇਲਾਕਿਆਂ ਤੋਂ ਅੰਦਰ ਦਾਖਲ ਹੁੰਦੇ, ਕਿਉਂਕਿ ਇਤਿਹਾਸ ਵਿੱਚ ਜਿਹੜੀ ਲਿਖਤ ਮਿਲਦੀ ਹੈ ਉਹ ਸਿੱਖ ਰਾਜ ਦੀ ਵੱਖਰੀ ਅਤੇ ਹਿੰਦੁਸਤਾਨ ਦੀ ਵੱਖਰੀ ਮਿਲਦੀ ਹੈ, ਪਰ ਜਿਹੜਾ ਮੁੱਖ ਦਰਵਾਜ਼ਾ ਸੀ ਉਹ ਇਹੋ ਹੀ ਸੀ। ਇਸ ਕਰਕੇ ਉਹਨਾਂ ਨੇ ਪਹਿਲਾਂ ਦੇਖਿਆ ਕਿ ਜਿਹੜਾ ਪੇਸ਼ਾਵਰ ਹੈ ਇਹ ਅਫਗਾਨ ਦੇ ਵਿੱਚ ਸੀ, ਅਤੇ ਪੇਸ਼ਾਵਰ ਨੂੰ ਖਾਲਸੇ ਰਾਜ ਵਿੱਚ ਸ਼ਾਮਲ ਕਰਨ ਵਾਸਤੇ ਆਪ ਜੀ ਨੇ ਉਧਰ ਨੂੰ ਚੜ੍ਹਾਈ ਕੀਤੀ। ਜਿਹੜਾ ਪੇਸ਼ਾਵਰ ਦਾ ਇਲਾਕਾ ਪਿਛਲੀਆਂ 7 ਸਦੀਆਂ ਤੋਂ ਪੰਜਾਬ ਤੋਂ ਦੂਰ ਹੋਇਆ ਸੀ, ਕਿਉਂਕਿ ਕਿਸੇ ਸਮੇਂ ਵੀ ਪੰਜਾਬ ਦਾ ਅੰਗ ਹੁੰਦਾ ਸੀ, ਪਰ ਸਰਦਾਰ ਹਰੀ ਸਿੰਘ ਨਲੂਏ ਨੇ ਆਪਣੇ ਨਾਲ ਸਿੱਖ ਫੌਜਾਂ ਨੂੰ, ਬਹਾਦਰ ਜਰਨੈਲਾਂ ਨੂੰ ਨਾਲ ਲੈ ਕੇ ਜਿੱਧਰ ਨੂੰ ਵੀ ਕਦਮ ਵਧਾਏ, ਜਿੱਤ ਨੇ ਆਪ ਜੀ ਦੇ ਪੈਰ ਚੁੰਮੇ ਅਤੇ ਪੇਸ਼ਾਵਰ ਦਾ ਜਿਹੜਾ ਇਲਾਕਾ ਸੀ ਆਪ ਜੀ ਨੇ ਖਾਲਸੇ ਰਾਜ ਦੇ ਵਿੱਚ ਸ਼ਾਮਲ ਕੀਤਾ। ਜਿਹੜੇ ਹਾਕਮ ਸਨ ਉਹ ਤਾਂ ਚਲੇ ਗਏ, ਪਰ ਉੱਥੋਂ ਦੇ ਰਹਿਣ ਵਾਲੇ ਜਿਹੜੇ ਵਸਨੀਕ ਸਨ, ਜਿਨ੍ਹਾਂ ਵਿੱਚ ਹਿੰਦੂ ਅਤੇ ਮੁਸਲਮਾਨ, ਉਹਨਾਂ ਨੇ ਜਿੱਤ ਦੀ ਖੁਸ਼ੀ ਮਨਾਈ ਅਤੇ ਘਰਾਂ ਵਿੱਚ ਦੀਪਮਾਲਾ ਕੀਤੀ ਗਈ। ਸੋ ਪੇਸ਼ਾਵਰ ਦੀ ਇੱਕ ਘਟਨਾ ਆਪ ਜੀ ਦੇ ਜੀਵਨ ਦੇ ਵਿੱਚ ਆਉਂਦੀ ਹੈ ਕਿ ਨਾਸਰ ਜਿਹੜਾ ਸੀ ਬੜਾ ਬਹਾਦਰ ਸੀ, ਅਤੇ ਜਦੋਂ ਹਰੀ ਸਿੰਘ ਨਲੂਏ ਦੀ ਚੜ੍ਹਾਈ ਦੇਖੀ ਤੇ ਨਾਸਰ ਨੇ ਉਹ ਇਲਾਕਾ ਛੱਡਣਾ ਹੀ ਠੀਕ ਸਮਝਿਆ। ਕਹਿੰਦੇ ਨਾਸਰ ਦਾ ਪੁੱਤਰ ਹਲੇ ਵਿਆਹਿਆ ਨਹੀਂ ਸੀ, ਉਹਨੇ ਹੋਣ ਵਾਲੀ ਬੇਗਮ ਨੂੰ ਜਾ ਕੇ ਕਿਹਾ ਕਿ ਆਪਾਂ ਇਲਾਕਾ ਛੱਡ ਜਾਣਾ ਹੈ। ਬੇਗਮ ਨੇ ਪੁੱਛਿਆ ਸੀ ਕਾਰਨ, ਕਹਿਣ ਲੱਗੇ ਹਰੀ ਸਿੰਘ ਨਲੂਆ ਬੜਾ ਬਹਾਦਰ ਹੈ, ਜਿਹਦਾ ਨਾਂ ਸੁਣ ਕੇ ਸਾਡੇ ਪਠਾਨ ਸਿਪਾਹੀ ਕੰਬਦੇ ਨੇ। ਕਹਿਣ ਲੱਗੀ ਮੈਂ ਤਾਂ ਸੁਣਿਆ ਸੀ ਤੂੰ ਬੜਾ ਬਹਾਦਰ ਹੈ, ਨਾਲੇ ਤੂੰ ਕਹਿੰਦਾ ਸੀ ਕਿ ਮੇਰਾ ਮੁਕਾਬਲਾ ਪਹਾੜ ਵੀ ਨਹੀਂ ਕਰ ਸਕਦੇ, ਹੁਣ ਤੇਰੀ ਤਲਵਾਰ ਕਿੱਥੇ ਹੈ? ਜੇ ਉਹ ਇੰਨਾ ਹੀ ਬਹਾਦਰ ਜਰਨੈਲ ਹੈ ਤੇ ਇੱਕ ਵਾਰ ਮੈਂ ਉਹਨੂੰ ਮਿਲਣਾ ਚਾਹੁੰਦੀ ਹਾਂ। ਅੱਗੋਂ ਨਾਸਰ ਦਾ ਪੁੱਤਰ ਕਹਿਣ ਲੱਗਾ ਕਿ ਤੇਰੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ। ਕਹਿਣ ਲੱਗੀ ਜੋ ਮਰਜ਼ੀ ਹੋਵੇ, ਇੱਕ ਵਾਰੀ ਮੈਂ ਦੇਖਾਂਗੀ ਜ਼ਰੂਰ। ਜਿਹਦੇ ਇੱਥੇ ਪੈਰ ਪੈਣ ਦੇ ਨਾਲ ਵੱਡੇ ਵੱਡੇ ਪਠਾਨ ਜਰਨੈਲ ਵੀ ਕੰਬ ਰਹੇ ਨੇ, ਜਿਹੜੇ ਬੜੇ ਬਹਾਦਰ ਮੰਨੇ ਨੇ। ਕਹਿੰਦੇ ਉਸ ਵੇਲੇ ਸਮਾਂ ਲੈ ਕੇ ਇਹ ਜਿਹੜੀ ਪਠਾਨਾਂ ਦੀ ਧੀ ਸੀ, ਸਰਦਾਰ ਹਰੀ ਸਿੰਘ ਨਲੂਏ ਦਾ ਜਿੱਥੇ ਤੰਬੂ ਲੱਗਾ ਸੀ ਉੱਥੇ ਪਹੁੰਚ ਗਈ। ਸਰਦਾਰ ਸਾਹਿਬ ਸੋਦਰ ਦਾ ਪਾਠ ਕਰਕੇ, ਰਹਿਰਾ ਸਾਹਿਬ ਦਾ ਪਾਠ ਕਰਕੇ ਅਰਦਾਸ ਕੀਤੀ ਹੈ। ਅਰਦਾਸ ਕਰਨ ਤੋਂ ਬਾਅਦ ਜਦੋਂ ਦੇਖਿਆ ਤੇ ਇੱਕ ਨੌਜਵਾਨ ਧੀ ਸਾਹਮਣੇ ਖੜੀ। ਉਹਨੇ ਪੁੱਛਿਆ ਸਰਦਾਰ ਹਰੀ ਸਿੰਘ ਨਲੂਏ ਨੂੰ, ਕਹਿਣ ਲੱਗੀ ਤੁਸੀਂ ਕੌਣ ਹੋ? ਤੇ ਸਰਦਾਰ ਸਾਹਿਬ ਨੇ ਉੱਤਰ ਦਿੱਤਾ, ਕਹਿਣ ਲੱਗੇ ਗੁਰੂ ਨਾਨਕ ਸਾਹਿਬ ਦੇ ਪੁੱਤਰ ਆ। ਕਹਿਣ ਲੱਗੀ ਤੁਸੀਂ ਸਾਡੇ ਇਲਾਕਿਆਂ ਵਿੱਚ ਕਬਜ਼ੇ ਕਿਉਂ ਕੀਤੇ ਨੇ? ਕਹਿਣ ਲੱਗੇ ਧੀਏ ਕਬਜ਼ਾ ਨਹੀਂ, ਇਹ ਕੇਵਲ ਆਪਾਂ ਆਪਣੀ ਰਿਆਸਤ ਨੂੰ ਬਚਾਉਣ ਵਾਸਤੇ ਜਿਹੜੀਆਂ ਹੱਦਾਂ ਸਨ ਉਹਨਾਂ ਦੀ ਰਾਖੀ ਕਰਨ ਵਾਸਤੇ ਇੱਥੇ ਆਏ। ਉਸ ਵੇਲੇ ਕਹਿਣ ਲੱਗੀ ਕਿ ਤੁਸੀਂ ਜਿੱਦਾਂ ਦੇ ਮੈਂ ਸੁਣੇ ਸੀ ਉੱਦਾਂ ਦੀ ਤੁਹਾਡੀ ਬੁੱਧੀ ਵੀ ਬੜੀ ਤੀਖਣ ਹੈ। ਮੈਂ ਪ੍ਰਣ ਕੀਤਾ ਸੀ ਕਿ ਮੈਂ ਬਹਾਦਰ ਸੂਰਬੀਰ ਯੋਧੇ ਪੁੱਤਰ ਨੂੰ ਆਪਣੀ ਕੁੱਖੋਂ ਜਨਮ ਦੇਵਾਂਗੀ। ਸਰਦਾਰ ਸਾਹਿਬ ਨੇ ਕਿਹਾ, ਕਹਿਣ ਲੱਗੇ ਖੁਦਾ ਅੱਗੇ ਦੁਆ ਕਰ, ਉਹਦੇ ਦਰ ਵਿੱਚ ਕਿਸੇ ਵਸਤੂ ਦਾ ਘਾਟਾ ਨਹੀਂ। ਕਹਿਣ ਲੱਗੀ ਸਰਦਾਰ ਸਾਹਿਬ ਤੁਸੀਂ ਸਮਝੇ ਨਹੀਂ, ਮੈਂ ਆਪਣੀ ਕੁੱਖੋਂ ਤੁਹਾਡਾ ਪੁੱਤ ਚਾਹੁੰਦੀ ਹਾਂ, ਤੁਹਾਡੇ ਨਾਲ ਨਿਗਾਹ ਕਰਨਾ ਚਾਹੁੰਦੀ। ਇਹ ਲਫ਼ਜ਼ ਸਰਦਾਰ ਹਰੀ ਸਿੰਘ ਨਲੂਏ ਦੇ ਕੰਨੀ ਪਏ। ਉਸ ਜਰਨੈਲ ਦਾ ਵੀਰ ਰਸ ਦੇ ਵਿੱਚ ਚਿਹਰਾ ਜਿਹੜਾ ਸੀ, ਨੇਤਰ ਜਿਹੜੇ ਸਨ ਲਾਲ ਕਰਕੇ ਆਪਣਾ ਜਿਹੜਾ ਹੱਥ ਸੀ ਤਲਵਾਰ ਦੇ ਮੁੱਠੇ ਨੂੰ ਪਾ ਲਿਆ। ਕਹਿਣ ਲੱਗੇ ਤੂੰ ਔਰਤ ਹੈ, ਜਿਹੜੇ ਲਫ਼ਜ਼ ਤੂੰ ਕਹੇ ਨੇ ਨਾ, ਮੈਂ ਜੇ ਕੋਈ ਹੋਰ ਹੁੰਦਾ ਤੇ ਉਹਨੂੰ ਬਖਸ਼ਦਾ ਨਾ, ਪਰ ਮੇਰੇ ਗੁਰੂ ਦਾ ਹੁਕਮ ਹੈ ਕਿ ਨਿਹੱਥੇ ਤੇ ਵਾਰ ਨਹੀਂ ਕਰਨਾ, ਤੇ ਤੂੰ ਔਰਤ ਹੈ, ਮੈਂ ਤੈਨੂੰ ਇੱਥੋਂ ਜਿਉਂਦਾ ਜਾਣ ਦੇਣਾ। ਉਹ ਦੌੜੀ ਬਾਹਰ ਨੂੰ, ਤੇ ਤੰਬੂ ਦਾ ਜਿਹੜਾ ਇਹਨਾਂ ਦਾ ਬਣਿਆ ਸੀ ਆਉਣ ਵਾਲਾ ਰਾਹ, ਉੱਥੇ ਖਲੋ ਕੇ ਕਹਿਣ ਲੱਗੀ ਮੈਂ ਤਾਂ ਸੁਣਿਆ ਸੀ ਕਿ ਗੁਰੂ ਨਾਨਕ ਸਾਹਿਬ ਦੇ ਘਰੋਂ ਕੋਈ ਖਾਲੀ ਨਹੀਂ ਜਾਂਦਾ, ਅੱਜ ਇੱਕ ਪਠਾਨ ਦੀ ਧੀ ਖਾਲੀ ਜਾ ਰਹੀ। ਕਹਿੰਦੇ ਉਸ ਵੇਲੇ ਹਰੀ ਸਿੰਘ ਨਲੂਏ ਅਗਾਂਹ ਵਧੇ, ਆਪਣੇ ਹੱਥ ਵਿੱਚ ਚਾਦਰ ਲਈ ਤੇ ਉਹਦੇ ਸਿਰ ਤੇ ਦੇ ਦਿੱਤੀ। ਕਹਿਣ ਲੱਗੇ ਤੂੰ ਕਹਿੰਦੀ ਸੀ ਨਾ ਕਿ ਤੇਰਾ ਪੁੱਤਰ ਬਹਾਦਰ ਯੋਧਾ ਜਰਨੈਲ ਹੋਵੇ। ਕਹਿਣ ਲੱਗੇ ਲੈ ਫਿਰ ਅੱਜ ਤੂੰ ਮੈਂ ਹੀ ਤੇਰਾ ਪੁੱਤਰ ਹਾਂ। ਇਤਿਹਾਸ ਗਵਾਹ ਹੈ ਕਿ ਉਸ ਵੇਲੇ ਹਰੀ ਸਿੰਘ ਨਲੂਏ ਦੀ ਉਮਰ 42 ਸਾਲ ਦੀ ਸੀ, ਤੇ ਉਹ ਜਿਹੜੀ ਚੱਲ ਕੇ ਆਈ ਸੀ ਉਹਦੀ ਧੀ ਸੀ, ਜਿਹੜੀ ਪਠਾਨ ਦੀ ਧੀ ਦੀ ਉਮਰ 20-21 ਸਾਲ ਦੀ ਸੀ। ਪਰ
ਰਹਿੰਦੇ ਸਮੇਂ ਤੱਕ ਸਰਦਾਰ ਹਰੀ ਸਿੰਘ ਨਲੂਆ ਉਹਨੂੰ ਆਪਣੀ ਮਾਂ ਕਹਿੰਦੇ ਰਹੇ ਸਨ। ਮਾਂ ਸ਼ਬਦ ਕਹਿ ਕੇ ਪੁਕਾਰਦੇ ਸਨ। ਵੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣ। ਇੱਕ ਵਾਰ ਕਿਸੇ ਬ੍ਰਾਹਮਣ ਦੀ ਨਵ ਆਈ ਧੀ ਜਿਹੜੇ ਸਨ ਉਹ ਪਠਾਨ ਚੁੱਕ ਕੇ ਲੈ ਗਏ। ਅਕਸਰ ਹੀ ਰਸਤੇ ਵਿੱਚ ਡੋਲੇ ਖਿਲਾਰ ਲੈਂਦੇ ਸਨ, ਰੋਕ ਲੈਂਦੇ ਸਨ, ਤੇ ਤਾਂ ਕਰਕੇ ਜਿਹੜੇ ਬਰਾਤੀ ਸਨ ਉਹ ਬਹੁਤੇ ਖੜੇ ਜਾਂਦੇ। ਅੱਜ ਦਾ ਸਮਾਂ ਹੈ ਕਿ ਛਕਣ ਛਕਾਉਣ ਵਾਸਤੇ ਬਰਾਤ ਜ਼ਿਆਦਾ ਇਕੱਠੀ ਕੀਤੀ ਜਾਂਦੀ, ਪਰ ਉਦੋਂ ਜਦੋਂ ਪੈਦਲ ਜਾਣਾ ਤੇ ਬਰਾਤੀ ਵੱਧ ਤੋਂ ਵੱਧ ਲੈ ਕੇ ਜਾਣੇ, ਕਿਉਂਕਿ ਵਹੁਟੀ ਨੂੰ ਵਿਆਹ ਕੇ ਲਿਆਉਣਾ, ਲੜਕੀ ਨੂੰ ਵਿਆਹ ਕੇ ਲਿਆਉਣਾ ਤੇ ਉਹਦੀ ਰਾਖੀ ਹੋ ਸਕੇ। ਰਸਤੇ ਵਿੱਚ 5 ਪਠਾਨ ਆਏ ਤੇ ਡੋਲਾ ਲੁੱਟ ਕੇ ਲੈ ਗਏ। ਆਹਾਂ ਮਾਰਦਾ ਰੋਂਦਾ ਸਰਦਾਰ ਹਰੀ ਸਿੰਘ ਨਲੂਏ ਦੇ ਕੋਲ ਆਇਆ ਬ੍ਰਾਹਮਣ। ਆ ਕੇ ਕਹਿਣ ਲੱਗਾ, ਸਰਦਾਰ ਸਾਹਿਬ ਮੇਰਾ ਘਰ ਉਜੜਿਆ, ਨਵ ਵਿਆਹੀ ਧੀ ਦਾ ਡੋਲਾ ਲੁੱਟ ਕੇ ਲੈ ਗਏ। ਸਰਦਾਰ ਹਰੀ ਸਿੰਘ ਨਲੂਏ ਨੇ ਪੁੱਛਿਆ, ਕਹਿੰਦੇ ਤੁਸੀਂ ਕਿੰਨੇ ਜਣੇ ਸੀ? ਕਹਿਣ ਲੱਗੇ 30-40 ਜਣੇ। ਕਹਿੰਦੇ ਲੁੱਟਣ ਵਾਲੇ? ਕਹਿੰਦੇ 5। ਸੁਣ ਕੇ ਸਰਦਾਰ ਸਾਹਿਬ ਮੁਸਕਰਾ ਪਏ, ਕਹਿਣ ਲੱਗੇ ਉਹ 5 ਤੇ ਤੁਸੀਂ 40, ਤੇ 40 ਜਣੇ ਇਕੱਠੇ ਹੋ ਕੇ 5 ਨੂੰ ਰੋਕ ਨਾ ਸਕੇ। ਉਸ ਵੇਲੇ ਸਰਦਾਰ ਹਰੀ ਸਿੰਘ ਨਲੂਏ ਨੇ ਸਿੰਘਾਂ ਨੂੰ ਹੁਕਮ ਲਾਇਆ ਤੇ ਉਹਨਾਂ ਪਠਾਣਾਂ ਦੀ ਗ੍ਰਿਫਤ ਦੇ ਵਿੱਚੋਂ ਧੀ ਛਡਾ ਕੇ ਲਿਆਂਦੀ। ਜਦੋਂ ਇਹਨਾਂ ਦੇ ਹਵਾਲੇ ਕੀਤੀ, ਕਹਿਣ ਲੱਗੇ ਇੱਕ ਰਾਤ ਪਠਾਣਾਂ ਕੋਲ ਰਹਿ ਕੇ ਆਈ ਹੈ, ਇਹਨੂੰ ਅਸੀਂ ਪ੍ਰਵਾਨ ਨਹੀਂ ਕਰਾਂਗੇ। ਉਸ ਵੇਲੇ ਉਹਨੇ ਅੱਖਾਂ ਦੇ ਵਿੱਚ ਹੰਝੂ ਭਰੇ। ਕਹਿਣ ਲੱਗੀ ਪਹਿਲਾਂ ਤਾਂ ਮੈਂ ਤੁਹਾਡੀ ਧੀ ਤੇ ਤੁਹਾਡੇ ਵਿੱਚੋਂ ਕਿਸੇ ਦੀ ਘਰ ਵਾਲੀ ਸੀ, ਤੁਹਾਨੂੰ ਕੋਈ ਫਰਕ ਨਾ ਪਿਆ। ਉਧਰੋਂ ਪਠਾਨ ਆਏ ਤੇ ਤੁਹਾਡੇ ਕੋਲੋਂ ਖੋਹ ਕੇ ਲੈ ਗਏ, ਤੁਸੀਂ ਕੁਝ ਕਰ ਨਾ ਸਕੇ। ਤੇ ਸਰਦਾਰ ਹਰੀ ਸਿੰਘ ਨਲੂਏ ਦੇ ਚਰਨਾਂ ਵੱਲ ਸਿਰ ਰੱਖਿਆ। ਕਹਿਣ ਲੱਗੀ ਸਰਦਾਰ ਸਾਹਿਬ ਹੁਣ ਤਾਂ ਮੈਂ ਤੁਹਾਡੀ ਭੈਣ ਹਾਂ ਨਾ, ਤੇ ਜੇ ਹੁਣ ਮੇਰੇ ਵੱਲ ਕੋਈ ਬੁਰੀ ਨਿਗਾਹ ਨਾਲ ਤੱਕੇਗਾ ਤੇ ਫਿਰ ਤੁਹਾਡੇ ਤੇ ਗੱਲ ਆਵੇਗੀ। ਮੈਨੂੰ ਕਿਰਪਾ ਕਰੋ ਆਪਣੇ ਚਰਨਾਂ 'ਚ ਹੀ ਥਾਂ ਦੇ ਦਿਓ। ਤੇ ਇਤਿਹਾਸ ਗਵਾਹ ਫਿਰ ਅੰਮ੍ਰਿਤ ਪਾਨ ਕਰਕੇ ਅੰਮ੍ਰਿਤ ਛਕ ਕੇ ਤੇ ਜਥੇ ਵਿੱਚ ਸ਼ਾਮਲ ਹੋਈ। ਤੇ ਉਹ ਬੀਬੀ ਹਰਸ਼ਰਨ ਕੌਰ ਸੀ, ਜਿਨੇ ਜਦੋਂ 30 ਅਪ੍ਰੈਲ ਨੂੰ, ਕਿਉਂਕਿ ਅੱਜ ਵਾਲੇ ਦਿਨ ਸਰਦਾਰ ਹਰੀ ਸਿੰਘ ਨਲੂਏ ਦਾ ਸ਼ਹੀਦੀ ਦਿਹਾੜਾ ਹੈ, ਕਹਿੰਦੇ ਜਮਰੌਦ ਦਾ ਕਿਲ੍ਹਾ ਆਪ ਜੀ ਨੇ ਫਤਿਹ ਕੀਤਾ। ਪਹਿਲਾਂ ਤੇ ਅਫਗਾਨੀ ਪਠਾਣਾਂ ਨੂੰ ਨਹੀਂ ਸੀ ਪਤਾ, ਉਹ ਬਹਾਦਰੀ ਨਾਲ ਲੜਦੇ ਰਹੇ, ਪਰ ਜਦੋਂ ਪਤਾ ਲੱਗਾ ਕਿ ਇਸ ਸਿੱਖਾਂ ਦੇ ਦਲ ਦੇ ਵਿੱਚ ਹਰੀ ਸਿੰਘ ਨਲੂਆ ਆਪ ਆਏ ਨੇ, ਉਸ ਵੇਲੇ ਉਹਨਾਂ ਦੇ ਹੌਸਲੇ ਟੁੱਟ ਗਏ। ਉਹਨਾਂ ਨੇ ਆਪਣੇ ਰੁੱਖ ਜਿਹੜੇ ਸੀ ਪਿਛਾਂਹ ਨੂੰ ਕਰ ਲਏ। ਜਦੋਂ ਫੌਜਾਂ ਹਾਰ ਕੇ ਭੱਜੀਆਂ ਤੇ ਸਰਦਾਰ ਹਰੀ ਸਿੰਘ ਨਲੂਏ ਦੀ ਵਿਚਾਰ ਸੀ ਕਿ ਸਾਰੀ ਫੌਜ ਜਮਰੌਦ ਦੇ ਕਿਲ੍ਹੇ ਵਿੱਚ ਲਿਜਾ ਕੇ ਇਹਨਾਂ ਨੂੰ ਆਰਾਮ ਕਰਾਇਆ ਜਾਵੇ। ਪਰ ਉਸ ਵੇਲੇ ਸਰਦਾਰ ਨਿਧਾਨ ਸਿੰਘ 5 ਹੱਥਾ ਇਹ ਪਠਾਣਾਂ ਦੇ ਪਿੱਛੇ ਇਹਨਾਂ ਨੇ ਘੋੜਾ ਦੜਾਇਆ ਉਹਨਾਂ ਨੂੰ ਭਜਾਉਣ ਵਾਸਤੇ। ਸਾਰੀ ਫੌਜ ਤਾਂ ਭੱਜ ਗਈ, ਪਰ ਕੁਝ ਪਠਾਣ ਇੱਕ ਗੁਫਾ ਦੇ ਵਿੱਚ ਲੁਕ ਗਏ। ਕਹਿੰਦੇ ਜਦੋਂ ਹਰੀ ਸਿੰਘ ਨਲੂਏ ਨੂੰ ਪਤਾ ਲੱਗਾ ਤੇ ਇਹਨਾਂ ਨੇ ਵੀ ਆਪਣਾ ਘੋੜਾ ਭਜਾ ਲਿਆ। ਅੱਗੇ ਇਹਨਾਂ ਦਾ ਬਾਡੀਗਾਰਡ ਸੀ ਸਰਦਾਰ ਅਜੈਬ ਸਿੰਘ। ਪਹਿਲੀ ਗੋਲੀ ਉਹਨੂੰ ਲੱਗੀ ਤੇ 2 ਗੋਲੀਆਂ ਸਰਦਾਰ ਹਰੀ ਸਿੰਘ ਨਲੂਏ ਨੂੰ ਲੱਗੀਆਂ। ਉਸ ਵੇਲੇ ਹੋਰ ਵੀ ਸਵਾਰ ਉੱਥੇ ਪਹੁੰਚ ਗਏ ਤੇ ਜਿਹੜੇ ਕੁਝ ਪਠਾਣ ਸਨ ਮਾਰ ਮੁਕਾਏ। ਫਿਰ ਸਰਦਾਰ ਹਰੀ ਸਿੰਘ ਨਲੂਏ ਗੋਲੀਆਂ ਲੱਗਣ ਕਰਕੇ ਲਹੂ ਬਹੁਤਾ ਵਗਿਆ। ਬੜੀ ਬਹਾਦਰੀ ਨਾਲ ਇਹਨਾਂ ਨੇ ਘੋੜੇ ਦੀਆਂ ਵਗਾਂ ਫੜੀਆਂ ਤੇ ਘੋੜੇ ਦਾ ਮੂੰਹ ਜਿਹੜਾ ਸੀ ਜਮਰੌਦ ਦੇ ਕਿਲ੍ਹੇ ਵੱਲ ਕੀਤਾ। ਕਿਲ੍ਹੇ ਵਿੱਚ ਆਪ ਜੀ ਪਹੁੰਚ ਤਾਂ ਗਏ, ਪਰ ਅੱਜ ਦੀ ਸ਼ਾਮ ਸੀ। ਸਰਦਾਰ ਹਰੀ ਸਿੰਘ ਨਲੂਏ ਨੇ ਸਰਦਾਰ ਮਹਾਂ ਸਿੰਘ ਨੂੰ ਮੁਖਾਤਬ ਹੋ ਕੇ ਕਿਹਾ, ਕਹਿਣ ਲੱਗੇ ਮੇਰੀ ਮੌਤ ਦੀ ਖਬਰ ਗੁਪਤ ਰੱਖਿਓ ਤੇ ਜਿਹੜਾ ਖਾਲਸਾਈ ਝੰਡਾ ਹੈ ਇਹ ਕਾਲੇ ਪਰਬਤਾਂ ਦੇ ਵਿੱਚ ਇਸੇ ਤਰ੍ਹਾਂ ਇਹਨੂੰ ਝੁਲਾ ਕੇ ਰੱਖਣਾ। ਅਖੀਰਲੇ ਸਵਾਸਾਂ ਤੱਕ ਇਸ ਖਾਲਸਾਈ ਨਿਸ਼ਾਨ ਦੀ ਤੁਸੀਂ ਜਿਹੜੀ ਹੈ ਉਹ ਰਾਖੀ ਕਰਨੀ ਹੈ। ਇਸ ਖਾਲਸਾਈ ਨਿਸ਼ਾਨ ਦੀ ਇੱਜ਼ਤ ਨੂੰ, ਆਬਰੂ ਨੂੰ ਤੁਸੀਂ ਬਰਕਰਾਰ ਰੱਖਣਾ ਹੈ। ਇਹ ਬੋਲ ਕਹਿੰਦਿਆਂ ਹੋਇਆਂ ਸਰਦਾਰ ਹਰੀ ਸਿੰਘ ਨਲੂਆ ਕਹਿੰਦੇ ਅੱਜ ਦੀ ਸ਼ਾਮ 30 ਅਪ੍ਰੈਲ ਸਨ 1837 ਨੂੰ ਸਦਾ ਲਈ ਜਿਹੜੇ ਸਨ ਉਹ ਜੋਤੀ ਜੋਤ ਸਮਾਏ ਸ਼ਹੀਦੀ ਪ੍ਰਾਪਤ ਕਰ ਗਏ, ਜਿਨ੍ਹਾਂ ਦੇ ਅਖੀਰਲੇ ਬੋਲ ਸਨ ਮੇਰਾ ਮੂੰਹ ਕਾਬਲ ਵੱਲ ਰੱਖਣਾ ਜਦ ਲਾਂਬੂ ਲਾਉਣਾ, ਮੇਰਾ ਮੂੰਹ ਕਾਬਲ ਵੱਲ ਰੱਖਣਾ ਜਦ ਲਾਂਬੂ ਲਾਉਣਾ। ਮੈਂ ਨਹੀਂ ਕਿਸੇ ਤੋਂ ਸਿੱਖਿਆ, ਮੈਂ ਨਹੀਂ ਵੈਰੀ ਤੋਂ ਸਿੱਖਿਆ ਆਪਣਾ ਮੂੰਹ ਭਵਾਉਣਾ। ਮੇਰਾ ਨਾਂ ਲੈ ਲੈ ਤੁਸਾਂ ਨੇ ਰਣਜੀਤ ਵਜਾਉਣਾ, ਮੈਂ ਨਾਲ ਤੁਸਾਂ ਦੇ ਰਹਾਂਗਾ ਤੁਸੀਂ ਨਹੀਂ ਘਬਰਾਉਣਾ। ਇਹ ਸਰਦਾਰ ਸਾਹਿਬ ਦੇ ਉਸ ਬਹਾਦਰ ਜਰਨੈਲ ਦੇ ਅਖੀਰਲੇ ਬੋਲ ਸਨ, ਜਿਨ੍ਹਾਂ ਦੀ ਬਹਾਦਰੀ ਨੇ ਸਾਧ ਸੰਗਤ ਖਾਲਸਾਈ ਨਿਸ਼ਾਨ ਜਿਹੜੇ ਸਨ ਅਫਗਾਨ ਤੱਕ ਜਾ ਕੇ ਝੁਲਾ ਦਿੱਤੇ ਸਨ।
ਇੰਨਾ ਵਿਸ਼ਾਲ ਜਿਹੜਾ ਸੀ ਉਹ ਖਾਲਸਾ ਰਾਜ ਉਹ ਲੈ ਕੇ ਗਏ ਸਨ। ਇੱਕੋ ਇੱਕ ਸ਼ੇਰੇ ਪੰਜਾਬ ਦੇ ਬਹਾਦਰ ਸਿਪਾਹੀ ਸਨ, ਬਹਾਦਰ ਜਰਨੈਲ ਸਨ, ਜਿਨ੍ਹਾਂ ਨੂੰ ਸ਼ੇਰੇ ਪੰਜਾਬ ਨੇ ਆਪ ਕਿਹਾ ਸੀ ਕਿ ਤੁਸੀਂ ਆਪਣੇ ਨਾਂ ਦਾ ਸਿੱਕਾ ਚਲਾ ਸਕਦੇ। ਸਰਦਾਰ ਹਰੀ ਸਿੰਘ ਨਲੂਏ ਦੇ ਨਾਮ ਦਾ ਸਿੱਕਾ ਵੀ ਚੱਲਿਆ। ਸਾਧ ਸੰਗਤ ਜਿਹੜਾ ਖਾਲਸਾ ਰਾਜ ਜਿੰਨਾ ਵਧਿਆ ਉਹ ਸਰਦਾਰ ਹਰੀ ਸਿੰਘ ਨਲੂਏ ਨੇ ਗੁਰੂ ਕਲਗੀਧਰ ਸਾਹਿਬ ਜੀ ਦੇ ਚਰਨਾਂ ਦੀ ਟੇਕ ਲੈ ਕਰਕੇ ਵਧਾਇਆ। ਇਤਿਹਾਸ ਗਵਾਹ ਹੈ, ਤਵਾਰੀਖ ਦੇ ਪੰਨੇ ਗਵਾਹ ਨੇ ਕਿ ਸਰਦਾਰ ਹਰੀ ਸਿੰਘ ਨਲੂਏ ਦੀ ਸ਼ਹਾਦਤ ਤੋਂ ਬਾਅਦ 1 ਇੰਚ ਵੀ ਜਿਹੜਾ ਰਾਜ ਸੀ ਉਹ ਅੱਗੇ ਨਹੀਂ ਗਿਆ। ਸੋ ਜਦੋਂ ਮਹਾਰਾਜੇ ਰਣਜੀਤ ਸਿੰਘ ਨੂੰ ਇਹ ਗੱਲ ਦੀ ਖਬਰ ਮਿਲੀ, ਕਿਉਂਕਿ ਬੀਬੀ ਹਰਸ਼ਰਨ ਕੌਰ ਇਹ ਖਬਰ ਲੈ ਕੇ ਚਿੱਠੀ ਲੈ ਕੇ ਆਏ ਸਨ, ਪਰ ਸ਼ੇਰੇ ਪੰਜਾਬ ਨੂੰ ਜਦੋਂ ਪਤਾ ਲੱਗਾ, ਫੌਜਾਂ ਤਾਂ ਲੈ ਕੇ ਗਏ ਪਰ ਉਹਨੇ ਚਿਰ ਤੱਕ ਸਰਦਾਰ ਹਰੀ ਸਿੰਘ ਨਲੂਆ ਕਹਿੰਦੇ ਸ਼ਹਾਦਤ ਦਾ ਜਾਮ ਪੀ ਚੁੱਕੇ ਸਨ। ਸਰਦਾਰ ਜੱਸਾ ਸਿੰਘ ਵਾਹਿਗੁਰੂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਇਹਨਾਂ ਦੀ ਮੌਤ ਦੀ ਖਬਰ ਮਿਲਦੀ ਹੈ ਤੇ ਮਹਾਰਾਜੇ ਰਣਜੀਤ ਸਿੰਘ ਦੇ ਬੋਲ ਸਨ ਕਿ ਇੱਕ ਨੇਤਰ ਮੇਰਾ ਬਚਪਨ ਵਿੱਚ ਗਿਆ ਸੀ, ਪਰ ਅੱਜ ਹਰੀ ਸਿੰਘ ਨਲੂਏ ਦੀ ਮੌਤ ਕਰਕੇ ਮੇਰਾ ਦੂਜਾ ਨੇਤਰ ਵੀ ਚਲਾ ਗਿਆ। ਹਰੀ ਸਿੰਘ ਨਲੂਏ ਦੀ ਮੌਤ ਨੇ ਮੈਨੂੰ ਤਾਂ ਅੰਨ੍ਹਿਆ ਕਰ ਦਿੱਤਾ ਹੈ, ਕਿਉਂਕਿ ਸਰਦਾਰ ਹਰੀ ਸਿੰਘ ਨਲੂਏ ਦੀ ਬਹਾਦਰੀ ਕਰਕੇ ਤਾਂ ਇੰਨਾ ਰਾਜ ਵਿਸ਼ਾਲ ਹੋਇਆ ਸੀ। ਸੋ ਅੱਜ ਉਸ ਬਹਾਦਰ ਜਰਨੈਲ ਦਾ, ਸੂਰਬੀਰ ਯੋਧੇ ਦਾ, ਕੌਮੀ ਯੋਧੇ ਦਾ, ਸਰਦਾਰ ਹਰੀ ਸਿੰਘ ਨਲੂਏ ਦਾ ਸ਼ਹਾਦਤ ਵਾਲਾ ਦਿਨ ਹੈ। ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਜੀਵਨ ਬਤੀਤ ਕਰ ਸਕੀ। ਆਓ ਗੁਰ ਸੰਗਤ ਜੀ, ਜੋ ਲੜੀਵਾਰ ਕਥਾ ਚੱਲ ਰਹੀ ਹੈ, ਪੰਚਮ ਪਾਤਸ਼ਾਹ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਾਣੀਆਂ ਦੀਆਂ ਪੋਥੀਆਂ ਲੈਣ ਵਾਸਤੇ, ਬਾਣੀ ਦੀ ਪੋਥੀ ਲੈਣ ਵਾਸਤੇ ਆਪ ਗੋਇੰਦਵਾਲ ਸਾਹਿਬ ਪਹੁੰਚੇ ਨੇ। ਬਾਬਾ ਮੋਹਨ ਜੀ ਚੁਬਾਰੇ ਦੇ ਵਿੱਚ ਸਨ, ਪਰ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਨਿਮਰਤਾ ਵਿੱਚ ਪੁੰਜੇ ਆਸਣ ਲਾ ਕੇ ਹੱਥ ਵਿੱਚ ਤੰਬੂਰਾ ਲੈ ਕੇ ਗੌੜੀ ਰਾਗ ਅਲਾਪਿਆ, ਸ਼ਬਦ ਦੀਆਂ ਧੁਨਾਂ ਬਾਬੇ ਮੋਹਨ ਨੇ ਸੁਣੀਆਂ, ਪੋਥੀਆਂ ਲੈ ਕੇ ਚੁਬਾਰੇ ਤੋਂ ਥੱਲੇ ਉਤਰ ਆਏ। ਗੁਰੂ ਅਰਜਨ ਦੇਵ ਸਾਹਿਬ ਜੀ ਦੇ ਅੱਗੇ ਪੋਥੀਆਂ ਕੀਤੀਆਂ ਨੇ, ਚਰਨਾਂ ਤੇ ਨਤਮਸਤਕ ਹੋਏ ਨੇ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਰੋਕਿਆ, ਪਰ ਬਾਬਾ ਮੋਹਨ ਜੀ ਕਹਿਣ ਲੱਗੇ ਮੇਰੇ ਤੋਂ ਪਹਿਲੀਆਂ ਭੁੱਲਾਂ ਹੋਈਆਂ ਉਹ ਮੈਨੂੰ ਬਖਸ਼ਾ ਲੈਣ ਦਿਓ। ਸਤਿਗੁਰਾਂ ਨੇ ਪੁੱਛਿਆ ਸੀ ਭੁੱਲ ਕਿਹੜੀ, ਤੁਸੀਂ ਤਾਂ ਵੱਡੇ ਹੋ। ਕਹਿਣ ਲੱਗੇ ਜਦੋਂ ਪਿਤਾ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਤੁਹਾਡੇ ਪਿਤਾ ਨੂੰ ਗੁਰਤਾ ਗੱਦੀ ਦਿੱਤੀ ਹੈ ਨਾ, ਉਸ ਵੇਲੇ ਹੁਕਮ ਹੋਇਆ ਸੀ ਇਹਨਾਂ ਦੇ ਚਰਨਾਂ ਦੇ ਉੱਤੇ ਸਿਰ ਰੱਖਣ ਦਾ, ਗੁਰੂ ਰਾਮਦਾਸ ਜੀ ਨੂੰ ਗੁਰੂ ਕਰਕੇ ਜਾਣਨ ਦਾ, ਪਰ ਮੈਂ ਬਚਨ ਨਹੀਂ ਮੰਨਿਆ। ਛੋਟੇ ਭਰਾ ਮੋਰੀ ਨੇ ਮੰਨਿਆ ਤੇ ਗੁਰੂ ਅਮਰਦਾਸ ਜੀ ਨੇ ਕਿਹਾ ਸੀ ਤੇਰਾ ਪਰਿਵਾਰ ਵਧੇਗਾ, ਰਿੱਧੀਆਂ ਸਿੱਧੀਆਂ ਪਾਵੇਂਗਾ, ਪਰ ਮੇਰਾ ਹਿਰਦਾ ਉਦੋਂ ਦਾ ਸ਼ਾਂਤ ਨਹੀਂ ਸੀ। ਫਿਰ ਗੁਰੂ ਅਮਰਦਾਸ ਜੀ ਨੂੰ ਚੁਬਾਰਾ ਸਾਹਿਬ ਬੇਨਤੀਆਂ ਕੀਤੀਆਂ। ਮੈਨੂੰ ਹੁਕਮ ਹੋਇਆ ਕਿ ਹੁਣ ਇਹਨਾਂ ਦੇ ਪੁੱਤਰ 5ਵੀਂ ਥਾਂ ਤੇ ਗੱਦੀ ਤੇ ਬੈਠਣਗੇ, ਉਹ ਤੇਰੇ ਪਾਸ ਪੋਥੀਆਂ ਲੈਣ ਆਉਣਗੇ, ਪੋਥੀਆਂ ਆਪਣੇ ਕੋਲ ਰੱਖੀ, ਉਹਨਾਂ ਦੇ ਚਰਨਾਂ ਤੇ ਸਿਰ ਰੱਖ ਕੇ ਉਹਨਾਂ ਤੋਂ ਮੁਆਫੀ ਮੰਗੀ, ਤੇਰਾ ਅੰਦਰ ਫਿਰ ਸ਼ਾਂਤ ਹੋਵੇਗਾ। ਬਾਬਾ ਮੋਹਨ ਜੀ ਕਹਿੰਦੇ ਸਤਿਗੁਰੂ ਇਹ ਪੋਥੀਆਂ ਤੁਹਾਡੇ ਹਵਾਲੇ ਨੇ, ਮੈਨੂੰ ਆਪਣੇ ਚਰਨਾਂ ਤੇ ਸਿਰ ਰੱਖ ਲੈਣ ਦਿਓ। ਇਹ ਬਚਨ ਕਹਿ ਕੇ ਬਾਬਾ ਮੋਹਨ ਜੀ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਨੂੰ ਪਰਸਿਆ ਤੇ ਸਤਿਗੁਰਾਂ ਨੇ ਗੌੜੀ ਰਾਗ ਦਾ ਜਿਹੜਾ ਸ਼ਬਦ ਸੀ ਉਹਦਾ ਚੌਥਾ ਪਦਾ ਉਚਾਰਨ ਕੀਤਾ। ਮੋਹਨ ਤੂੰ ਸਫਲ ਫਲਿਆ ਸਣ ਪਰਵਾਰੇ, ਮੋਹਨ ਪੁੱਤਰ ਮੀਤ ਭਾਈ ਕੁਟੰਬ ਸਭ ਤਾਰੇ, ਤਾਰਿਆ ਜਹਾਨ ਲਹਿਆ ਅਭਮਾਨ, ਜਿਨੀ ਦਰਸ਼ਨ ਪਾਇਆ ਜਿਨੀ ਤੁਧਨੋ ਧਨ ਕਹਿਆ, ਤਿਨ ਜਮ ਨੇੜ ਨ ਆਇਆ, ਬੇਅੰਤ ਗੁਣ ਤੇਰੇ ਕਥੈ ਨ ਜਾਹੀ, ਸਤਿਗੁਰ ਪੁਰਖ ਮੁਰਾਰੇ, ਬਿਨਵੰਤ ਨਾਨਕ ਟੇਕ ਰਾਖੀ, ਜਿਤ ਲਗ ਤਰਿਆ ਸੰਸਾਰੇ। ਇਹ ਪਾਵਨ ਸ਼ਬਦ ਉਚਾਰਨ ਕੀਤਾ, ਸ਼ਬਦ ਸੰਪੂਰਨ ਕੀਤਾ ਹੈ। ਬਾਬਾ ਮੋਹਨ ਜੀ ਬੇਨਤੀ ਕਰਦੇ ਨੇ ਸਤਿਗੁਰਾਂ ਨੂੰ ਕਿਰਪਾ ਕਰੋ ਮੈਨੂੰ ਵੀ ਨਾਲ ਲੈ ਚੱਲੋ, ਜਿਸ ਤਰ੍ਹਾਂ ਇਹ ਸਿੱਖ ਤੁਹਾਡੇ ਕੋਲ ਰਹਿੰਦੇ ਨੇ ਮੈਂ ਵੀ ਤੁਹਾਡੇ ਪਾਸ ਰਹਿ ਕੇ ਸੇਵਾ ਕਰਾਂਗਾ। ਪਰ ਸਤਿਗੁਰੂ ਜੀ ਕਹਿਣ ਲੱਗੇ ਮਾਮਾ ਜੀ ਤੁਸੀਂ ਚੁਬਾਰੇ ਸਾਹਿਬ ਦੇ ਵਿੱਚ ਰਹੋ ਤੇ ਗੁਰੂ ਨਾਨਕ ਸਾਹਿਬ ਜੀ ਦਾ ਮੰਤਰ ਦਿੱਤਾ ਹੋਇਆ ਉਹਦਾ ਜਾਪ ਕਰੋ ਤੇ ਸਾਡੀ ਖਬਰਸਾਰ ਤੁਸੀਂ ਲੈਂਦੇ ਰਹੋ। ਸਤਿਗੁਰਾਂ ਦਾ ਬਚਨ ਮੰਨ ਕੇ ਬਾਬਾ ਮੋਹਨ ਫਿਰ ਚੁਬਾਰੇ ਦੇ ਅੰਦਰ ਚਲੇ ਗਏ ਅਤੇ ਸਮਾਧੀ ਲਾ ਕਰਕੇ ਪਹਿਲਾਂ ਤਰ੍ਹਾਂ ਬੈਠ ਗਏ ਹਨ। ਇਹ ਆਪਾਂ ਅਧਿਆਇ ਕੱਲ ਸਰਵਣ ਕੀਤਾ ਸੀ। ਆਓ ਜਿਸ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪੋਥੀਆਂ ਲੈ ਕੇ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਦਾ ਪਰਿਵਾਰ ਉੱਥੇ ਹੈ, ਉਹ ਪਰਿਵਾਰ ਨੂੰ ਮਿਲਦੇ ਹਨ। ਗੁਰੂ ਅਮਰਦਾਸ ਮਹਾਰਾਜ ਜੀ ਦਾ, ਗੁਰੂ ਰਾਮਦਾਸ ਸਾਹਿਬ ਜੀ ਦਾ ਦਿਉਰਾ, ਉਹਦੇ ਦਰਸ਼ਨ ਕਰਦੇ ਨੇ। ਫਿਰ ਮਹਾਰਾਜ ਖਡੂਰ ਸਾਹਿਬ ਆਉਂਦਿਆਂ ਬਾਬੇ ਦਾਤੂ ਦਾ ਕਸ਼ਟ ਦੂਰ ਕਰਦੇ ਹਨ। ਫਿਰ ਸ਼੍ਰੀ ਅੰਮ੍ਰਿਤਸਰ ਸਤਿਗੁਰੂ ਪਹੁੰਚਣਗੇ।
ਇਹ ਵਿਚਾਰ ਅੱਗੇ ਆ ਰਹੀ ਹੈ। ਆਓ ਗੁਰ ਸੰਗਤ ਜੀ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਸਮੁੱਚੀ ਸੰਗਤ ਦਿਓ ਅਸੀਸ, ਰਸਨਾ ਕਰੋ ਪਵਿੱਤਰ, ਪਿਆਰ ਸਤਿਕਾਰ ਸਹਿਤ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਰ ਕਾਰਜ ਅਰਜਨ ਗੁਰੂ, ਪਰਮ ਪ੍ਰਸੰਨਤਾ ਪਾਏ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਪੋਥੀਆਂ ਪ੍ਰਾਪਤ ਕੀਤੀਆਂ ਨੇ ਬਾਬਾ ਮੋਹਨ ਜੀ ਤੋਂ। ਇਹ ਵੱਡਾ ਕਾਰਜ ਸੀ। ਪੋਥੀਆਂ ਲੈ ਕੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਬੜੇ ਪ੍ਰਸੰਨ ਹੋਏ ਹਨ। ਕਰਿਓ ਚਹਿਤ ਵੱਡ ਬੀੜ ਕੋ, ਸਭ ਬਾਣੀ ਇੱਕ ਥਾਏ। ਸਾਰੀਆਂ ਬਾਣੀਆਂ ਇੱਕ ਥਾਂ ਇਕੱਠੀਆਂ ਕਰਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਬੀੜ ਤਿਆਰ ਕਰਨੀ ਚਾਹੁੰਦੇ ਹਨ। ਚਾਉ ਪਈ ਚਲਣ ਸੁਦਾਸਰ ਕੀ ਕਰ ਤਿਆਰੀ। ਸਤਿਗੁਰੂ ਜੀ ਨੇ ਅੰਮ੍ਰਿਤਸਰ ਸਾਹਿਬ ਨੂੰ ਚੱਲਣ ਦੀ ਤਿਆਰੀ ਕੀਤੀ ਹੈ। ਸੁਨੀ ਮੋਹਰੀ ਨੇ ਸਦਤਾ ਸਾਰੀ। ਗੁਰੂ ਅਮਰਦਾਸ ਜੀ ਦੇ ਛੋਟੇ ਪੁੱਤਰ ਬਾਬੇ ਮੋਹਰੀ ਨੇ ਇਹ ਖਬਰਸਾਰ ਸਾਰੀ ਜਿਹੜੀ ਸੀ ਉਹਨਾਂ ਦੇ ਕੰਨੀ ਪਈ। ਗੁਰੂ ਅਰਜਨ ਦੇਵ ਸਾਹਿਬ ਜੀ ਦੇ ਆਉਣ ਦੀ ਖਬਰ ਮਿਲੀ ਹੈ। ਅਤ ਪ੍ਰਸੰਨ ਮੋਹਨ ਹੋਏ ਗਇਓ। ਬਾਬਾ ਮੋਹਰੀ ਜੀ ਇਹ ਸੁਣ ਕੇ ਇਹ ਵੀ ਸੁਣਿਆ ਹੈ ਮੋਹਰੀ ਜੀ ਨੇ ਕਿ ਸਾਡਾ ਵੱਡਾ ਭਰਾ ਮੋਹਨ, ਉਹਨੂੰ ਗੁਰੂ ਅਰਜਨ ਦੇਵ ਸਾਹਿਬ ਨੇ ਬੜਾ ਖੁਸ਼ ਕੀਤਾ ਹੈ। ਪਰਿਓ ਚਰਨ ਪੁਸਤਕ ਸਭ ਦਇਓ। ਤੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨੀ ਪੈ ਕੇ ਉਹਨੇ ਸਾਰੀਆਂ ਪੋਥੀਆਂ ਜਿਹੜੀਆਂ ਨੇ ਗੁਰੂ ਅਰਜਨ ਦੇਵ ਸਾਹਿਬ ਦੇ ਹਵਾਲੇ ਕੀਤੀਆਂ ਨੇ। ਮਹਾ ਮਸਤ ਜੋ ਕਿਸੈ ਨ ਮਾਨੈ। ਬਾਬਾ ਮੋਹਰੀ ਜੀ ਵਿਚਾਰਦੇ ਨੇ ਕਿ ਮੋਹਨ ਮਸਤ ਰਹਿੰਦਾ ਏ, ਉਹ ਕਿਸੇ ਦੀ ਪਰਵਾਹ ਨਹੀਂ ਕਰਦਾ। ਸਭ ਸੋ ਅਨਸਰ ਬਾਕ ਬਖਾਨਾ ਹੈ। ਸਾਰਿਆਂ ਦੇ ਨਾਲ ਅਨ ਰਸ ਰੱਖਦੇ ਨੇ, ਭਾਵ ਰਸ ਕਿਸੇ ਨਾਲ ਉਹਨਾਂ ਦਾ ਬਣਿਆ ਨਹੀਂ ਤੇ ਉਹ ਹੋਰ ਹੀ ਤਰ੍ਹਾਂ ਕਠੋਰ ਬਚਨ ਬੋਲਦੇ ਹਨ। ਕਿਮ ਇਨ ਕੇ ਹੋਇਓ ਅਨੁਸਾਰੀ। ਪਰ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਅਨੁਸਾਰੀ ਮੋਹਨ ਜੀ ਕਿਸ ਤਰ੍ਹਾਂ ਹੋ ਗਏ। ਕਰੀ ਨਮੋ ਪੁਨ ਚਰਨ ਅਗਾਰੀ। ਫਿਰ ਇਹ ਵੀ ਸੁਣਿਆ ਹੈ ਕਿ ਉਹਨਾਂ ਨੇ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ ਹੈ। ਜੋ ਗੁਰ ਰਾਮਦਾਸ ਕੇ ਆਗੇ। ਜੋ ਗੁਰੂ ਰਾਮਦਾਸ ਜੀ ਦੇ ਅੱਗੇ ਨਿਮਿਓ ਨਹੀਂ ਪਿਤ ਬਾਕਨ ਤਿਆਗੇ। ਮੋਹਨ ਜੀ ਗੁਰੂ ਰਾਮਦਾਸ ਜੀ ਦੇ ਅੱਗੇ ਨਿਵੇ ਨਹੀਂ। ਪਿਤਾ ਗੁਰੂ ਅਮਰਦਾਸ ਜੀ ਨੇ ਬਚਨ ਕਹੇ ਸਨ ਮੱਥਾ ਟੇਕ, ਪਰ ਪਿਤਾ ਦੇ ਬਚਨ ਵੀ ਨਹੀਂ ਸੀ ਮੰਨੇ। ਜਾਤੇ ਗੁਰ ਅਰਜਨ ਵਡਿਆਈ। ਪਰ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਵਡਿਆਈ ਨੂੰ ਮੰਨ ਗਏ। ਆਦ ਨਿਮਰਤਾ ਕੁਛ ਲਖ ਪਾਈ। ਕਿਉਂਕਿ ਗੁਰੂ ਅਰਜਨ ਦੇਵ ਸਾਹਿਬ ਆਪ ਨਿਮਰਤਾ ਦੇ ਪੁੰਜ ਹਨ, ਇਸ ਕਰਕੇ ਬਾਬਾ ਮੋਹਨ ਜੀ ਇਹਨਾਂ ਦੇ ਅੱਗੇ ਨਿਭ ਗਏ ਹਨ। ਜੋ ਚਾਰੋਂ ਸਤਿਗੁਰ ਮੈਂ ਜੋਤ। ਜੋ ਚਾਰਾਂ ਸਤਿਗੁਰਾਂ ਦੀ ਜੋਤ ਬਿਰਾਜਮਾਨ ਹੈ, ਸੋ ਗੁਰ ਅਰਜਨ ਬਿਖੈ ਉਦੋਤ। ਉਹ ਜੋਤ ਚਾਰਾਂ ਪਾਤਸ਼ਾਹੀਆਂ ਦੀ ਗੁਰੂ ਅਰਜਨ ਦੇਵ ਸਾਹਿਬ ਅੰਦਰ ਪ੍ਰਗਟ ਹੈ। ਇਮ ਵਿਚਾਰ ਮੋਹਰੀ ਆਇਓ। ਇਹ ਵਿਚਾਰ ਬਾਬੇ ਮੋਹਰੀ ਦੇ ਮਨ ਵਿੱਚ ਇਹਨਾਂ ਨੇ ਕੀਤੀ ਹੈ ਤੇ ਚਿੱਤ ਵਿੱਚ ਵਿਚਾਰ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਸ਼ਨ ਕਰਨ ਆਏ ਨੇ। ਦੇਖ ਦੂਰ ਹੀ ਤੇ ਹਰ ਖਾਇਓ। ਦੂਰੋਂ ਗੁਰੂ ਅਰਜਨ ਦੇਵ ਸਾਹਿਬ ਨੂੰ ਦੇਖ ਕੇ ਬੜੇ ਪ੍ਰਸੰਨ ਹੋਏ, ਕਿਉਂਕਿ ਬਾਬਾ ਮੋਹਰੀ ਜੀ ਦੇ ਸਤਿਗੁਰੂ ਭਾਣਜੇ ਲੱਗਦੇ। ਕਈ ਵਾਰੀ ਹੁੰਦਾ ਹੈ ਕਿ ਗੁਣ ਕਿਸੇ ਪਾਸੋਂ ਸੁਣੇ ਹੁੰਦੇ ਨੇ ਪਰ ਉਹਨਾਂ ਨੂੰ ਦੇਖਿਆ ਨਹੀਂ ਹੁੰਦਾ। ਬਾਬੇ ਮੋਹਰੀ ਨੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗੁਣਾਂ ਨੂੰ ਵਿਚਾਰਿਆ ਕਿ ਮੋਹਨ ਉਹ ਕਿਸੇ ਦੀ ਪਰਵਾਹ ਨਹੀਂ ਕਰਦੇ, ਕਿਸੇ ਦੀ ਜਿਹੜੀ ਹੈ ਉਹ ਈਨ ਨਹੀਂ ਮੰਨਦੇ, ਕਿਸੇ ਅੱਗੇ ਝੁਕਦੇ ਨਹੀਂ, ਕਠੋਰ ਸੁਭਾਅ ਹੈ। ਪਰ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਅੱਗੇ ਝੁਕੇ ਨੇ, ਚਰਨਾਂ ਤੇ ਮੱਥਾ ਟੇਕਿਆ ਹੈ। ਇਸ ਲਈ ਚੌਹਾਂ ਪਾਤਸ਼ਾਹੀਆਂ ਦੀ ਜੋਤ ਇਹਨਾਂ ਦੇ ਵਿੱਚ ਬਿਰਾਜ ਰਹੀ ਹੈ। ਇਹ ਵਿਚਾਰ ਕਰਕੇ ਬਾਬਾ ਮੋਹਰੀ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਸ਼ਨ ਕਰਨ ਆਏ ਨੇ। ਜਾਏ ਪ੍ਰਦਰਸ਼ਨਾ ਦੀਨਸ ਗੁਰ ਕੀ। ਬਾਬਾ ਮੋਹਰੀ ਨੇ ਆ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਦੀਆਂ ਪਰਿਕਰਮਾ ਕੀਤੀਆਂ ਨੇ। ਬੰਦਤ ਭਇਓ ਪ੍ਰੀਤ ਕਰ ਉਰ ਕੀ। ਚਿੱਤ ਵਿੱਚ ਬਹੁਤਾ ਪਿਆਰ ਵਧਾਇਆ ਅਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਨਮਸਕਾਰ ਕੀਤੀ। ਸ੍ਰੀ ਅਰਜਨ ਗੁਰ ਗਿਆਨ ਉਦਾਰੇ। ਗੁਰੂ ਅਰਜਨ ਦੇਵ ਸਾਹਿਬ ਜੀ ਗਿਆਨ ਦੇ ਸਾਗਰ ਹਨ। ਕਿਰਪਾ ਕਰੋ ਕਰ ਚਲੋ ਹਮਾਰੇ। ਬਾਬਾ ਮੋਹਰੀ ਜੀ ਬੇਨਤੀ ਕਰਦੇ ਨੇ, ਸਤਿਗੁਰੂ ਜੀ ਕਿਰਪਾ ਕਰੋ ਤੇ ਤੁਸੀਂ ਸਾਡੀ ਬੇਨਤੀ ਨੂੰ ਪ੍ਰਵਾਨ ਕਰੋ ਤੇ ਸਾਡੇ ਘਰ ਚੱਲੋ। ਜਥਾ ਬਿਦਰ ਕੇ ਗਏ ਨਕੇਤ। ਜਿਸ ਤਰ੍ਹਾਂ ਬਿਦਰ ਦੇ ਘਰ ਦੇ ਵਿੱਚ ਗਏ ਸੀ, ਦਈ ਬਡਾਈ ਪ੍ਰੀਤ ਸਮੇਤ। ਉਸ ਨੂੰ ਘਰ ਜਾ ਕੇ ਬਹੁਤਾ ਉਹਦਾ ਮਾਣ ਵਧਾਇਆ ਤੇ ਬਹੁਤਾ ਉਹਨੂੰ ਪਿਆਰ ਦਿੱਤਾ। ਪ੍ਰੀਤ ਹਿਰਦੇ ਕੋ ਦੇਖਨ ਕਰੋ। ਮੇਰੇ ਹਿਰਦੇ ਦੀ ਵੀ ਪ੍ਰੀਤੀ, ਮੇਰੇ ਹਿਰਦੇ ਦਾ ਵੀ ਪ੍ਰੇਮ ਤੁਸੀਂ ਦੇਖੋ। ਜਾਤੇ ਦੀਨ ਧਾਮ ਪਗ ਤਰੋ। ਆਪ ਜੀ ਕਿਰਪਾ ਕਰੋ,
ਮੇਰੇ ਦੀਨ ਦੇ ਗਰੀਬ ਦੇ ਘਰ ਦੇ ਵਿੱਚ ਆਪ ਜੀ ਆਪਣੇ ਮੁਬਾਰਕ ਚਰਨ ਪਾਓ। ਇਸ ਪ੍ਰਕਾਰ ਕਰ ਬਹੁ ਵਡਿਆਈ। ਇਸ ਤਰ੍ਹਾਂ ਬਾਬੇ ਮੋਹਰੀ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ 'ਚ ਬੇਨਤੀਆਂ ਕੀਤੀਆਂ। ਪਰਿਓ ਅਗਾਰੀ ਪਦ ਲਪਟਾਈ। ਗੁਰੂ ਸਾਹਿਬ ਦੇ ਚਰਨਾਂ ਦੇ ਉੱਤੇ ਸਿਰ ਰੱਖ ਦਿੱਤਾ, ਬੇਨਤੀਆਂ ਕਰਦਿਆਂ ਨੇ। ਭਇਓ ਪ੍ਰੇਮ ਤੇ ਬਿਹਬਲ ਪਾਰੀ। ਪ੍ਰੇਮ ਕਰਕੇ ਬਹੁਤੇ ਬੇਬਲ ਹੋ ਗਏ। ਸ੍ਰੀ ਅਰਜਨ ਅਸ ਦਸ਼ਾ ਨਿਹਾਰੀ। ਸਤਿਗੁਰਾਂ ਨੇ ਬਾਬੇ ਮੋਹਰੀ ਦੀ ਇਸ ਤਰ੍ਹਾਂ ਦੀ ਦਸ਼ਾ ਦੇਖੀ, ਇਸ ਤਰ੍ਹਾਂ ਦੀ ਹਾਲਤ ਦੇਖੀ ਹੈ। ਕੀਨ ਉਠਾਵਨ ਬਾਕ ਬਖਾਨਾ। ਸਤਿਗੁਰੂ ਜੀ ਨੇ ਬੜੇ ਪਿਆਰ ਦੇ ਨਾਲ ਮੋਹਰੀ ਜੀ ਨੂੰ ਉਠਾਇਆ। ਹਮਰੇ ਇਸ ਤਰ੍ਹਾਂ ਬਚਨ ਕਿਹਾ। ਹਮਰੇ ਮਾਤੁਲ ਅਹੋ ਮਹਾਨਾ। ਗੁਰਦੇਵ ਕਹਿੰਦੇ ਹਨ, ਮੋਹਰੀ ਜੀ ਉਠੋ, ਤੁਸੀਂ ਤਾਂ ਸਾਡੇ ਮਾਮੇ ਲੱਗਦੇ ਹੋ। ਸ੍ਰੀ ਗੁਰ ਅਮਰਦਾਸ ਕੇ ਨੰਦਨ। ਗੁਰੂ ਅਮਰਦਾਸ ਜੀ ਦੇ ਪੁੱਤਰ ਹੋ। ਜਿਨ ਦੇਖਤ ਹੋਏ ਪਾਪ ਨਿਕੰਦਨ। ਜਿਨ੍ਹਾਂ ਦੇ ਦਰਸ਼ਨ ਕੀਤਿਆਂ ਪਾਪ ਨਾਸ਼ ਹੁੰਦੇ ਨੇ। ਹਮਰੀ ਕੁਲ ਸਭ ਤਿਨ ਕੇ ਦਾਸ। ਸਾਡੀ ਸਾਰੀ ਹੀ ਕੁਲ ਗੁਰੂ ਅਮਰਦਾਸ ਜੀ ਦੀ ਸੇਵਕ ਹੈ। ਜਿਨਹੁ ਕਿਰਪਾ ਤੇ ਭਏ ਪ੍ਰਕਾਸ਼। ਗੁਰੂ ਅਮਰਦਾਸ ਜੀ ਦੀ ਕਿਰਪਾ ਸਦਕਾ ਹੀ ਅਸੀਂ ਪ੍ਰਕਾਸ਼ਮਾਨ ਹੋਏ ਹਾਂ। ਨਿਸ ਦਿਨ ਤਿਨ ਕੋ ਨਾਮ ਜਪੀਜੈ। ਦਿਨ ਰਾਤ ਅਸੀਂ ਗੁਰੂ ਅਮਰਦਾਸ ਜੀ ਦਾ ਨਾਮ ਜਪਦੇ ਹਾਂ। ਜਗ ਗੁਰ ਮਹਿਦ ਮਹਾਨ ਲਖੀਜੈ। ਜਗਤ ਦੇ ਮਹਾਨ ਸਤਿਗੁਰੂ ਗੁਰੂ ਅਮਰਦਾਸ ਜੀ ਨੂੰ ਅਸੀਂ ਬਹੁਤ ਵੱਡੇ ਜਾਣਦੇ ਹਾਂ। ਜਾਤੇ ਨਮੋ ਕਮਲ ਤੁਮਾਰੀ। ਇਸ ਲਈ ਮਾਮਾ ਜੀ ਤੁਹਾਡੇ ਚਰਨਾਂ ਦੇ ਉੱਤੇ ਸਾਡੀ ਨਮਸਕਾਰ ਕਰਨੀ ਬਣਦੀ, ਕਿਉਂਕਿ ਗੁਰੂ ਅਮਰਦਾਸ ਜੀ ਦੇ ਤੁਸੀਂ ਪੁੱਤਰ ਹੋ ਤੇ ਸਾਡੀ ਸਾਰੀ ਕੁਲ ਗੁਰੂ ਅਮਰਦਾਸ ਜੀ ਦੀ ਸੇਵਕ ਹੈ। ਗੁਰੂ ਅਮਰਦਾਸ ਵੱਡੇ ਸਤਿਗੁਰੂ ਨੇ, ਉਹਨਾਂ ਦਾ ਜਸ ਅਸੀਂ ਸਦਾ ਹੀ ਗਾਉਂਦੇ ਹਾਂ। ਉਹ ਨਮਸਕਾਰ ਉਹਨਾਂ ਦੇ ਚਰਨਾਂ ਤੇ ਕਰੀਦੀ ਹੈ। ਉਹਨਾਂ ਦੇ ਪੁੱਤਰ ਹੋ ਤੁਸੀਂ ਤੇ ਰਿਸ਼ਤੇ ਵਜੋਂ ਮਾਮੇ ਲੱਗਦੇ ਹੋ ਸਾਡੇ, ਇਸ ਲਈ ਤੁਹਾਡੇ ਚਰਨਾਂ ਤੇ ਨਮਸਕਾਰ ਬਣਦੀ ਹੈ। ਮਮ ਪਦ ਗਹਿਨ ਅਨੁਚਿਤਾ ਲਹੋ। ਮੇਰੇ ਚਰਨਾਂ ਨੂੰ ਹੱਥ ਲਾ ਕੇ ਤੁਸੀਂ ਅਯੋਗ ਗੱਲ ਨਾ ਕਰੋ। ਸੇਵੋ ਰਾਜ ਪਗ ਕਮਲ ਤੁਮਾਰੀ। ਅਸੀਂ ਤਾਂ ਤੁਹਾਡੇ ਚਰਨਾਂ ਕਮਲਾਂ ਦੀ ਧੂੜ ਦੇ ਸੇਵਕ ਹਾਂ। ਕਿਰਪਾ ਕਰੋ ਲਖ ਕੈ ਅਨੁਸਾਰੀ। ਸਾਨੂੰ ਆਪਣੇ ਅਨੁਸਾਰੀ ਜਾਣ ਕੇ ਸਾਡੇ ਤੇ ਕਿਰਪਾ ਕਰੋ, ਸਾਡੇ ਤੇ ਤਰਸ ਕਰੋ। ਸੁਨਤ ਮੋਹਰੀ ਜੁਗ ਕਰ ਜੋਰੇ। ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨ ਸੁਣ ਕੇ ਬਾਬੇ ਮੋਹਰੀ ਨੇ ਦੋਵੇਂ ਹੱਥ ਜੋੜ ਲਏ। ਮੋਹਿ ਉਚਿਤ ਤੁਮ ਚਰਨ ਨਿਹੋਰੇ। ਮੋਹਰੀ ਜੀ ਕਹਿੰਦੇ ਨੇ, ਸਤਿਗੁਰੂ ਮੈਨੂੰ ਯੋਗ ਹੈ, ਮੈਨੂੰ ਚਾਹੀਦਾ ਹੈ ਕਿ ਮੈਂ ਤੁਹਾਡੇ ਚਰਨਾਂ ਦਾ ਸੇਵਕ ਬਣਾ। ਪਾਸ਼ਲ ਜਨਮ ਹੁਤੋ ਅਕਰੂਰ। ਅਸੀਂ ਤਾਂ ਪਿਛਲੇ ਜਨਮ ਦੇ ਹੀ ਤੁਹਾਡੇ ਸੇਵਕ ਹਾਂ। ਤਬ ਪੀਰਾਵਰ ਕੀਰ ਹਦੂਰ। ਤੇ ਆਪ ਜੀ ਦੇ ਚਰਨਾਂ ਦੇ ਵਿੱਚ ਹੀ ਸੇਵਾ ਕੀਤੀ ਹੈ। ਕ੍ਰਿਸ਼ਨ ਚੰਦ ਤੁਮ ਅੰਤਰ ਜਾਮੀ। ਆਪ ਜੀ ਅੰਤਰਜਾਮੀ ਹੋ, ਹਿਰਦਿਆਂ ਦੀ ਜਾਣਦੇ ਹੋ। ਰਸ਼ਕ ਸੇਵਕ ਕੇ ਸਦ ਸੁਆਮੀ। ਸਦਾ ਹੀ ਆਪਣੇ ਸੇਵਕਾਂ ਦੇ ਰੱਖਿਅਕ ਹੋ, ਸਾਡੇ ਮਾਲਕ ਹੋ। ਮਨ ਕਾਰਨ ਮੁਝ ਤੇ ਪਈ ਫੂਲ। ਸਾਡੇ ਤੋਂ ਜਿਹੜੀਆਂ ਭੁੱਲਾਂ ਹੋਈਆਂ ਨੇ ਕਿਤਕ ਕਾਲ ਵਰਤਿਓ ਪ੍ਰਤਕੂਲ। ਤੇ ਅਸੀਂ ਪ੍ਰਤਕੂਲ ਜੇ ਉਲਟ ਚੱਲੇ ਹਾਂ, ਜੇ ਕੋਈ ਭੁੱਲ ਹੋਈ ਹੈ ਸੋ ਅਬ ਸ਼ਿਮਾ ਧਾਰ ਬਖਸ਼ੀਜੈ। ਆਪ ਜੀ ਕਿਰਪਾ ਕਰਕੇ ਉਹ ਭੁੱਲ ਸਾਡੀ ਬਖਸ਼ ਦਿਓ। ਜਿਸ ਤਰ੍ਹਾਂ ਅਕਰੂਰ ਜਿਹੜਾ ਸੀ ਸ਼੍ਰੀ ਕ੍ਰਿਸ਼ਨ ਜੀ ਦਾ ਸੇਵਕ ਸੀ, ਕਹਿਣ ਲੱਗੇ ਜਿਸ ਤਰ੍ਹਾਂ ਉਸ ਤੋਂ ਭੁੱਲ ਹੋਈ ਉਹਨੂੰ ਬਖਸ਼ਿਆ। ਆਪ ਜੀ ਕਿਰਪਾ ਕਰਕੇ ਸਾਡੀ ਵੀ ਭੁੱਲ ਬਖਸ਼ ਦਵੋ। ਚਲੋ ਸਦਨ ਮਮ ਇਸ਼ਪੁਰੀ ਜੈ। ਆਪ ਜੀ ਕਿਰਪਾ ਕਰੋ ਸਾਡੇ ਨਾਲ, ਸਾਡੇ ਘਰ ਚਲੋ, ਸਾਡੀ ਇੱਛਾ ਪੂਰੀ ਕਰੋ। ਅਬ ਕੇ ਬਾਖ ਬਿਸ਼ਰੇ ਹੋਏ ਨਾ ਮਿਲਾ। ਹੁਣ ਤੋਂ ਜੇ ਵਿਛੜੇ ਤੇ ਫਿਰ ਪਤਾ ਨਹੀਂ ਕਦ ਮੇਲ ਹੋਵੇ। ਕਰੋ ਕਿਰਪਾ ਮੁਝ ਲਿਹੋ ਸਕੇਲਾ। ਮਹਾਰਾਜ ਕਿਰਪਾ ਕਰੋ ਤੇ ਮੈਨੂੰ ਸਫਲਾ ਕਰ ਦਵੋ। ਅੰਤ ਸਮੈ ਪਰਲੋਕ ਮਜਾਰੀ। ਅੰਤਲੇ ਸਮੇਂ ਪਰਲੋਕ ਵਿੱਚ ਰੱਖਿਆ ਕਰੋ। ਨਿਜ ਸਮੀਪ ਰਾਖੋ ਹਿਤ ਤਾਰੀ। ਮਹਾਰਾਜ ਕਿਰਪਾ ਕਰੋ, ਸਾਡਾ ਭਲਾ ਕਰੋ, ਇੱਥੇ ਦਰਸ਼ਨ ਦੇਵੋ, ਘਰ ਚੱਲੋ, ਸੇਵਾ ਦਾ ਮੌਕਾ ਦਿਓ ਤੇ ਫਿਰ ਪਰਲੋਕ ਵਿੱਚ ਵੀ ਆਪਣੇ ਚਰਨਾਂ ਦੇ ਪਾਸ ਰੱਖਿਓ। ਸ੍ਰੀ ਅਰਜਨ ਸੁਨ ਕਹਿਤੇ ਸਮੈ। ਬਾਬਾ ਮੋਹਰੀ ਜੀ ਦੀਆਂ ਬੇਨਤੀਆਂ ਗੁਰੂ ਸਾਹਿਬ ਜੀ ਨੇ ਸੁਣੀਆਂ ਨੇ। ਕਹਿਓ ਅੰਤ ਕੋ ਮਿਲ ਹੈ ਹਮੈ। ਸਤਿਗੁਰੂ ਜੀ ਕਹਿਣ ਲੱਗੇ, ਅੰਤਲੇ ਸਮੇਂ ਤੁਹਾਡਾ ਨਿਵਾਸ ਸਾਡੇ ਕੋਲ ਹੀ ਹੋਵੇਗਾ। ਸ੍ਰੀ ਗੁਰ ਅਮਰਦਾਸ ਅਨੁਸਾਰੀ। ਤੁਸੀਂ ਹਮੇਸ਼ਾ ਗੁਰੂ ਅਮਰਦਾਸ ਜੀ ਦੀ ਆਗਿਆ ਵਿੱਚ ਰਹੇ ਹੋ। ਮਾਨੈ ਬਾਕ ਰਹਿਓ ਹਿਤ ਤਾਰੀ। ਹਿਤ ਧਾਰੀ, ਪ੍ਰੇਮ ਧਾਰ ਕੇ ਗੁਰੂ ਅਮਰਦਾਸ ਜੀ ਦੇ ਬਚਨ ਮੰਨੇ
ਕੀਤੇ ਨੇ ਆਪਣੇ ਭਲੇ ਲਈ। ਤਬ ਹੂੰ ਬਖਸ਼ੇ ਸਰਬ ਪ੍ਰਕਾਰਾ। ਗੁਰੂ ਅਮਰਦਾਸ ਜੀ ਨੇ ਤੁਹਾਨੂੰ ਹਰ ਪ੍ਰਕਾਰ ਬਖਸ਼ਿਸ਼ਾਂ ਕੀਤੀਆਂ ਨੇ ਸਦਾ ਸਮੀਪੇ ਰਹਿ ਹਮਾਰਾ। ਤੇ ਤੁਸੀਂ ਸਦਾ ਹੀ ਸਾਡੇ ਪਾਸ ਰਹਿੰਦੇ ਹੋ। ਇਮ ਕਹਿ ਕੇ ਭੇ ਪ੍ਰਸੰਨ ਜਗਨਾਥ। ਇਹ ਬਚਨ ਕਹਿ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਬੜੇ ਪ੍ਰਸੰਨ ਹੋਏ ਨੇ। ਗਮਨੇ ਸਦਨ ਮੋਹਰੀ ਸਾਥ। ਬਾਬਾ ਮੋਹਰੀ ਜੀ ਦੇ ਨਾਲ ਉਹਨਾਂ ਦੇ ਘਰ ਨੂੰ ਤੁਰ ਪਏ ਨੇ। ਮਾਤੁਲ ਕੀ ਪਤਨੀ ਸੰਗ ਮਿਲੇ। ਜਾ ਕੇ ਘਰ ਦੇ ਵਿੱਚ ਬਾਬਾ ਮੋਹਰੀ ਜੀ ਦੀ ਧਰਮ ਸੁਪਤਨੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਮਾਮੀ ਜੀ ਲੱਗਦੇ ਨੇ, ਉਹਨਾਂ ਨੂੰ ਮਿਲੇ ਹਨ। ਤੂਰਨ ਉਠੀ ਹਰਖ ਕਰ ਪਲੇ। ਬਾਬਾ ਮੋਹਰੀ ਦੀ ਘਰਵਾਲੀ ਗੁਰੂ ਅਰਜਨ ਦੇਵ ਸਾਹਿਬ ਨੂੰ ਦੇਖ ਕੇ ਇਹਨਾਂ ਦਾ ਅਦਬ ਸਤਿਕਾਰ ਕਰਨ ਵਾਸਤੇ ਛੇਤੀ ਨਾਲ ਉੱਠੇ ਹਨ। ਨਮੋ ਕਰਤ ਕੋ ਆਸ਼ਿਕ ਦੀਨ। ਤੇ ਨਮਸਕਾਰ ਕੀਤੀ ਤੇ ਫਿਰ ਸਤਿਗੁਰਾਂ ਨੂੰ ਰਿਸ਼ਤੇ ਵਜੋਂ ਭਾਣਜੇ ਲੱਗਦੇ ਨੇ, ਇਸ ਲਈ ਬਹੁਤਾ ਪਿਆਰ ਦਿੱਤਾ ਹੈ। ਪੁਨਹ ਨਿਸ਼ਾਵਰ ਕਰਕੇ ਕੀਨ। ਆਪਣੇ ਹੱਥ ਦੇ ਨਾਲ ਬਹੁਤਾ ਧਨ ਜਿਹੜਾ ਸੀ ਉਹ ਵਾਰਿਆ ਹੈ। ਬਸਤਰ ਬਿਭੂਖਨ ਦਰਬ ਬਿਸਾਲਾ। ਸੋਹਣੇ ਬਸਤਰ ਗਹਿਣੇ ਅਤੇ ਬਹੁਤਾ ਧਨ ਵਾਰ ਵਾਰ ਕਰ ਦੇ ਤਿਸ ਕਾਲਾ। ਵਾਰ-ਵਾਰ ਕਰਕੇ ਵਾਰਨੇ ਕਰਕੇ ਤੇ ਗਰੀਬਾਂ ਦੇ ਤਾਈਂ ਦਿੱਤਾ ਹੈ। ਬੂਝੀ ਕੁਸ਼ਲ ਮਦਰ ਬਚ ਸੰਗਾ। ਫਿਰ ਬੜੇ ਪਿਆਰ ਦੇ ਨਾਲ ਮਿੱਠੇ ਬੋਲ ਬੋਲ ਕੇ ਸੁਖ ਸ਼ਾਂਤ ਪੁੱਛੀ ਹੈ। ਸੁਖ ਕੇ ਸਹਿਤ ਹੈ ਸ਼ੁਭ ਗੰਗਾ। ਤੇ ਸਤਿਗੁਰੂ ਜੀ ਨੂੰ ਪੁੱਛਦੇ ਨੇ ਕਿ ਦੱਸੋ ਕਿ ਗੰਗਾ ਜੀ ਦਾ ਕੀ ਹਾਲ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਤਿਕਾਰਯੋਗ ਮਾਤਾ ਜੀ ਤੇ ਇਸੇ ਪ੍ਰਕਾਰ ਵਾਹਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਧਰਮ ਸੁਪਤਨੀ, ਇਹਨਾਂ ਬਾਰੇ ਬਾਬਾ ਮੋਹਰੀ ਜੀ ਦੇ ਧਰਮ ਸੁਪਤਨੀ ਪੁੱਛਦੇ ਨੇ, ਜੋ ਸਤਿਗੁਰਾਂ ਦੇ ਰਿਸ਼ਤੇ ਵਜੋਂ ਮਾਮੀ ਜੀ ਲੱਗਦੇ। ਕਹਿਣ ਲੱਗੇ ਦੱਸੋ ਘਰਦਿਆਂ ਦਾ ਸੁਣਾਓ ਕਿ ਗੰਗਾ ਜੀ ਦਾ ਕੀ ਹਾਲ ਹੈ। ਪੁੱਤਰ ਤੁਮਾਰੋ ਹਰ ਗੋਬਿੰਦ। ਤੁਹਾਡਾ ਪੁੱਤਰ ਹਰ ਗੋਬਿੰਦ ਬਾਲ ਅਵਸਥਾ ਹੈ ਆਨੰਦ। ਉਹ ਬਾਲ ਅਵਸਥਾ ਵਿੱਚ ਹੈ, ਉਹਦੀ ਦੱਸੋ ਉਹ ਆਨੰਦ ਦੇ ਸਹਿਤ ਹੈ। ਕੁਸ਼ਲੀ ਸਕਲ ਅਪਰ ਪਰਵਾਰਾ। ਹੋਰ ਪਰਿਵਾਰ ਦੀ ਸੁਖ ਸਾਂਦ ਸੁਣਾਓ। ਸਭ ਸੁਖ ਸਾਥ ਸਰੀਰ ਤੁਮਾਰਾ। ਤੁਹਾਡੇ ਜਿਹੜੇ ਸ਼ਰੀਕ ਹਨ ਉਹ ਸੁਖ ਦੇ ਸਹਿਤ ਹਨ। ਸ੍ਰੀ ਅਰਜਨ ਸੁਨ ਕੈ ਸਭ ਸਰਾਉਨ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕੰਨਾਂ ਦੇ ਵਿੱਚ ਸੁਣ ਕੇ ਕਹਿਓ ਕਿਰਪਾ ਤੁਮਰੀ ਸੁਖ ਪਾਉਨ। ਕਹਿਣ ਲੱਗੇ ਘਰ ਦੇ ਵਿੱਚ ਤੁਹਾਡੀ ਵੱਡਿਆਂ ਦੀ ਕਿਰਪਾ ਹੈ, ਵੱਡਿਆਂ ਦੀ ਦਇਆ ਹੈ। ਤੁਮ ਹੋ ਬੜੇ ਆਸ਼ਿਕਾ ਦੇਹੂ। ਤੁਸੀਂ ਵੱਡੇ ਹੋ ਤੇ ਤੁਸੀਂ ਸਾਨੂੰ ਅਸੀਸ ਦਵੋ। ਜਾਂ ਤੇ ਸਭ ਸੁਖ ਹਮਰੇ ਗ੍ਰੇਹੂ। ਤੁਹਾਡੀਆਂ ਅਸੀਸਾਂ ਸਦਕਾ ਘਰ ਦੇ ਵਿੱਚ ਸੁਖ ਸ਼ਾਂਤੀ ਹੈ। ਇਮ ਸੁਨ ਮਾਤੁਲ ਪਤਨੀ ਫੇਰ। ਇਹ ਸੁਣ ਕੇ ਸਤਿਗੁਰਾਂ ਦੇ ਮਾਮੀ ਜੀ ਨੇ ਫਿਰ ਕਹਿ ਕਰੁਣਾ ਜੁਤ ਬਾਕ ਬਡੇਰ। ਫਿਰ ਬੜੇ ਕਰੁਣਾ ਰਸ ਦੇ ਵਿੱਚ ਆ ਕੇ ਬਚਨ ਕਹੇ ਹਨ। ਰਾਮਦਾਸ ਅਰ ਬੀਬੀ ਭਾਨੀ। ਕਹਿਣ ਲੱਗੇ ਗੁਰੂ ਰਾਮਦਾਸ ਜੀ ਅਤੇ ਬੀਬੀ ਭਾਨੀ ਜੀ ਗਮਨੇ ਜੋਗ ਬੈਕੁੰਠ ਸੁਥਾਨੀ। ਉਹ ਦੋਨੋਂ ਹੀ ਬੈਕੁੰਠ ਪਿਆਨਾ ਕਰ ਗਏ ਹਨ। ਤਬ ਤੇ ਤੁਮਨੇ ਹਮੈ ਪੁਲਾਇਓ। ਜਦੋਂ ਦੇ ਗੁਰੂ ਰਾਮਦਾਸ ਜੀ ਬੀਬੀ ਭਾਨੀ ਜੀ ਬੈਕੁੰਠ ਪਿਆਨਾ ਕਰ ਗਏ, ਉਦੋਂ ਦੇ ਤੁਸੀਂ ਸਾਡੇ ਘਰ ਨਹੀਂ ਆਏ। ਕਬਹੁ ਨਾ ਕੁਛ ਸੰਦੇਸ਼ ਪਠਾਇਓ। ਨਾ ਹੀ ਤੁਸੀਂ ਸਾਡੇ ਤਾਈਂ ਕੋਈ ਸੁਨੇਹਾ ਭੇਜਿਆ ਹੈ। ਮਿਲੇ ਨਾ ਪ੍ਰੇਮ ਧਾਰ ਕਬ ਆਈ। ਕਦੇ ਪਿਆਰ ਧਾਰ ਕੇ ਤੁਸੀਂ ਇੱਥੇ ਆ ਕੇ ਮਿਲੇ ਹੀ ਨਹੀਂ। ਮਨੋ ਤਿਆਗ ਕੀ ਹੁਕ ਸਥਾਈ। ਹਾਂ, ਮਨੋ ਤਿਆਗ ਕੀ, ਇਸੇ ਤਰ੍ਹਾਂ ਮਨੋ ਤਿਆਗ ਕੀਨੋ ਕਿਸ ਥਾਈ। ਮਾਨੋ ਕਿ ਤੁਸੀਂ ਇਸ ਥਾਂ ਨੂੰ ਆਪ ਜੀ ਨੇ ਤਿਆਗ ਦਿੱਤਾ ਹੈ। ਇਮ ਬੋਲ ਤਰੋ ਘਰੋਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਮਾਮੀ ਲੱਗਦੇ ਨੇ। ਗੁਰੂ ਰਾਮਦਾਸ ਜੀ ਦੀ ਗੱਲ ਕਰਕੇ, ਬੀਬੀ ਭਾਨੀ ਜੀ ਦੀ ਗੱਲ ਕਰਕੇ ਅੱਖਾਂ ਭਰ ਲਈਆਂ। ਸਿਮਰ ਸਿਮਰ ਪਾਸ਼ਲ ਸੁਖ ਨਾਨਾ। ਤੇ ਪਿਛਲਾ ਜਿਹੜਾ ਸਮਾਂ ਸੀ ਉਹਦਾ ਸੁਖ ਯਾਦ ਕਰ ਕੀਤਾ ਹੈ। ਸਭ ਪਰਿਵਾਰ ਮਿਲਿਓ ਤਬ ਰਹਿਓ। ਕਹਿਣ ਲੱਗੇ ਅਸੀਂ ਸਾਰਾ ਪਰਿਵਾਰ ਮਿਲ ਕੇ ਇਕੱਠਾ ਰਹਿੰਦਾ ਸੀ। ਅਬੈ ਬਿਸ਼ੋਹਾ ਕਿਤਨਕ ਲਹਿਓ। ਹੁਣ ਕਿੰਨਾ ਵੱਡਾ ਵਿਛੋੜਾ ਜਿਹੜਾ ਉਹ ਪਰਿਵਾਰ ਦੇ ਵਿੱਚ ਪਿਆ ਹੈ। ਭੱਲਿਆਨ ਕੁਲ ਕੇ ਭੂਖਨ ਪਾਸ। ਭੱਲਿਆਂ ਦੀ ਕੁਲ ਦੇ ਗਹਿਣੇ ਗੁਰੂ ਅਮਰਦਾਸ ਜੀ ਦੇ ਕੋਲ। ਸਭ ਇਕੱਠੇ ਰਹਿ ਏਕ ਆਵਾਸ। ਅਸੀਂ ਇੱਕ ਘਰ ਦੇ ਵਿੱਚ ਸਾਰੇ ਇਕੱਠੇ ਰਹਿੰਦੇ ਸੀ। ਬੜੇ ਪ੍ਰਸੰਨ ਸੀ ਕਿਉਂਕਿ ਬਾਬਾ ਮੋਹਨ ਤੇ ਬਾਬਾ ਮੋਹਰੀ ਜੀ, ਇਹਨਾਂ ਦੇ ਘਰੋਂ ਗੁਰੂ ਰਾਮਦਾਸ ਜੀ ਅਤੇ ਬੀਬੀ ਭਾਨੀ ਜੀ, ਬੀਬੀ ਦਾਨੀ ਜੀ, ਉਹਨਾਂ ਦੇ ਘਰੋਂ ਭਾਈ ਰਾਮਾ ਜੀ, ਬਹੁਤ ਵੱਡਾ ਪਰਿਵਾਰ ਸੀ। ਇਸ ਗੱਲ ਨੂੰ ਸਤਿਗੁਰਾਂ ਦੇ ਮਾਮੀ ਬਾਬਾ ਮੋਹਰੀ ਜੀ ਦੇ ਘਰਦਿਆਂ ਨੇ ਯਾਦ ਕੀਤਾ ਉਹ ਸਮਾਂ, ਕਿਉਂਕਿ ਜਦੋਂ ਪਰਿਵਾਰ ਇਕੱਠਾ ਰਹਿੰਦਾ ਹੋਵੇ ਤੇ ਇੱਕ ਦੂਜੇ ਦਾ ਉਹ ਭਾਈਵਾਲ ਬਣਦਾ ਹੈ ਦੁੱਖ ਸੁੱਖ ਦੇ ਵਿੱਚ। ਤੇ ਜਦੋਂ ਕਿਤੇ ਪਰਿਵਾਰਾਂ ਦੀ ਦੂਰੀ ਬਣ ਜਾਵੇ ਤੇ ਫਿਰ ਪੁਰਾਣਾ ਸਮਾਂ ਯਾਦ ਕਰਕੇ
ਤੇ ਕਈ ਵਾਰੀ ਮਨ ਉਦਾਸ ਹੋ ਜਾਂਦਾ ਹੈ ਕਿ ਬਹੁਤ ਵੱਡਾ ਪਰਿਵਾਰ, ਘਰ ਦੇ ਵਿੱਚ ਸਾਰੇ ਇੱਕ ਥਾਂ ਇਕੱਠੇ ਰਹਿੰਦੇ ਸੀ। ਇਹ ਪੁਰਾਣਾ ਸਮਾਂ ਸੀ ਤੇ ਕੋਈ ਵਿਰਲੇ ਹੀ ਘਰ ਅੱਜ ਦੇਖੀਦੇ ਨੇ ਕਿ ਜਿਨ੍ਹਾਂ ਵਿੱਚ ਪਰਿਵਾਰਾਂ ਦੀ ਇਕੱਤਰਤਾ ਹੋਵੇ, ਇੱਕ ਚੁੱਲ੍ਹੇ ਤੇ ਭੋਜਨ ਪੱਕਦਾ ਹੋਵੇ। ਨਹੀਂ ਤਾਂ ਕਈ ਵਾਰ ਤਾਂ ਚਲੋ ਕੰਮ ਕਰਕੇ ਦੂਰੀਆਂ ਬਣਦੀਆਂ, ਪਰ ਕਈ ਵਾਰੀ ਪਰਿਵਾਰਾਂ ਦੇ ਵਿੱਚ ਈਰਖਾ ਹੋਣ ਕਰਕੇ ਘਰ ਦੇ ਨਾਲ ਘਰ ਸਾਂਝਾ ਹੁੰਦਾ ਪਰ ਬੋਲ ਚਾਲ ਨਹੀਂ। ਚਲੋ ਇੱਥੇ ਬੀਬੀ ਬਾਬਾ ਮੋਹਰੀ ਜੀ ਦੇ ਘਰ ਦੇ ਕਹਿਣ ਲੱਗੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਕਿ ਗੁਰੂ ਰਾਮਦਾਸ ਜੀ, ਬੀਬੀ ਭਾਨੀ ਜੀ, ਸਾਰੇ ਪਰਿਵਾਰ ਅਸੀਂ ਇਕੱਠੇ ਰਹਿੰਦੇ ਸੀ। ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਇੱਥੇ ਸਨ ਤੇ ਪਰਿਵਾਰ ਵਿੱਚ ਬਹੁਤ ਸੁੱਖ ਸੀ। ਅਭਿਆਸ ਸਮਾਂ ਮਿਲਨ ਕਬ ਹੋਵਾ। ਹੁਣ ਐਸਾ ਸਮਾਂ ਜਿਹੜਾ ਹੈ ਉਹ ਕਦੋਂ ਮਿਲੇਗਾ? ਬਹੁ ਦਿਨ ਮੈਂ ਤੁਮ ਦਰਸ਼ਨ ਜੋਵਾ। ਤੁਹਾਡੇ ਵੀ ਦਰਸ਼ਨ ਬਹੁਤ ਸਮੇਂ ਬਾਅਦ ਸਾਨੂੰ ਹੋਏ ਹਨ। ਮਾਤੁਲ ਪਤਨੀ ਰੋਦਤ ਹੇਰੀ। ਇਹ ਗੱਲ ਕਹਿ ਕੇ ਬਾਬਾ ਮੋਹਰੀ ਜੀ ਦੇ ਘਰ ਦੇ ਜੋ ਸਨ ਸਤਿਗੁਰਾਂ ਦੇ ਮਾਮੀ ਜੀ, ਉਹਨਾਂ ਨੇ ਅੱਖਾਂ ਭਰ ਲਈਆਂ। ਸ੍ਰੀ ਗੁਰ ਨੇਤਰ ਅਸ਼ੁਰ ਤਬ ਗੇਰੀ। ਤੇ ਸਤਿਗੁਰਾਂ ਨੇ ਇਹਨਾਂ ਦੇ ਨੇਤਰ ਭਰੇ ਸੇਜਲ ਦੇਖ ਕੇ ਗੁਰਦੇਵ ਦੇ ਨੇਤਰ ਵੀ ਜਿਹੜੇ ਸਨ ਉਹ ਸੇਜਲ ਹੋ ਗਏ। ਫਸੇ ਮੋਹ ਨਰ ਰੋਦਤ ਜੈਸੇ। ਜਿਸ ਤਰ੍ਹਾਂ ਮਨੁੱਖ ਮੋਹ ਦੇ ਵਿੱਚ ਫਸਿਆ ਹੋਵੇ, ਇਸ ਤਰ੍ਹਾਂ ਨੇਤਰ ਸੇਜਲ ਸਨ ਸਾਰਿਆਂ ਦੇ। ਛਾਇਓ ਨੀਰ ਬਿਲੋਚਨ ਤੈਸੇ। ਨੇਤਰਾਂ ਦੇ ਵਿੱਚ ਪਾਣੀ ਭਰ ਗਿਆ। ਦੀਰਘ ਸਵਾਸ ਲੇਤ ਬਹੁ ਬਾਰੀ। ਬਹੁਤ ਵਾਰ ਵੱਡੇ ਜਿਹੜੇ ਹੌਕੇ ਹਨ ਉਹ ਬਾਬਾ ਮੋਹਰੀ ਜੀ ਦੇ ਘਰੋਂ ਲੈਂਦੇ ਹਨ। ਮੁਖ ਪਰ ਪੁਲਤ ਅਸ਼ੁਰ ਕੋ ਬਾਰੀ। ਨੇਤਰਾਂ ਦੇ ਹੰਝੂ ਮੁਖ ਦੇ ਉੱਤੇ ਡਿੱਗਦੇ ਹਨ, ਮੂੰਹ ਭਰਿਆ ਹੈ ਹੰਝੂਆਂ ਨਾਲ। ਨਿਜ ਪਤਨੀ ਅਰ ਗੁਰ ਕੋ ਹੇਰਾ। ਜਦੋਂ ਬਾਬਾ ਮੋਹਰੀ ਜੀ ਨੇ ਆਪਣੀ ਪਤਨੀ ਨੂੰ ਦੇਖਿਆ ਹੈ, ਬਾਕ ਮੋਹਰੀ ਕਹਿਤੇ ਸਵੇਰਾ। ਬਾਬਾ ਮੋਹਰੀ ਜੀ ਇਸ ਤਰ੍ਹਾਂ ਬਚਨ ਕਹਿਣ ਲੱਗੇ, ਰੋਦਨ ਐਸੇ ਕਿਉਂ ਤੁਮ ਠਾਨਾ। ਕਹਿਣ ਲੱਗੇ ਤੁਸੀਂ ਇਸ ਤਰ੍ਹਾਂ ਵਿਰਾਗ ਕਿਉਂ ਕੀਤਾ ਹੈ? ਜਗਤ ਮੇਲ ਨਦ ਤਰੀ ਸਮਾਨਾ। ਕਿਉਂਕਿ ਜਗਤ ਦਾ ਜਿਹੜਾ ਮਿਲਾਪ ਹੈ ਨਦੀ ਵਿੱਚ ਬੇੜੀ ਦੀ ਤਰ੍ਹਾਂ ਹੈ। ਮਿਲਨ ਅੰਤ ਮਹਿ ਹੋਤ ਬਿਯੋਗਾ। ਮਿਲ ਕੇ ਅੰਤ ਨੂੰ ਵਿਛੋੜਾ ਹੀ ਹੁੰਦਾ ਹੈ। ਇਹ ਇਸੇ ਤਰ੍ਹਾਂ ਸੰਸਾਰ ਦਾ ਜਿਹੜਾ ਸਮਾਂ ਚੱਲਦਾ ਆਇਆ, ਜਿਸ ਤਰ੍ਹਾਂ ਨਦੀ ਦੇ ਪਾਣੀ ਦੇ ਵਿੱਚ ਬੇੜੀ ਇੱਕ ਥਾਂ ਨਹੀਂ ਰਹਿੰਦੀ, ਇਸੇ ਤਰ੍ਹਾਂ ਸੰਸਾਰ ਇੱਕ ਨਦੀ ਦੀ ਤਰ੍ਹਾਂ ਹੈ ਤੇ ਫਿਰ ਜੀਵ ਜਿਹੜਾ ਹੈ ਉਹ ਇੱਕ ਬੇੜੀ ਦੀ ਤਰ੍ਹਾਂ ਹੈ ਤੇ ਇੱਕ ਥਾਂ ਦੇ ਉੱਤੇ ਸਦਾ ਰਹਿਣ ਵਾਲਾ ਨਹੀਂ ਹੈ। ਪਹਿਲਾਂ ਮਿਲਾਪ ਹੁੰਦਾ ਹੈ ਤੇ ਬਾਅਦ ਵਿੱਚ ਵਿਛੋੜਾ ਬਣਦਾ ਹੈ। ਪਰਾਰਬਧ ਕੇ ਬਸ ਸਭ ਲੋਗਾ। ਸਾਰੇ ਲੋਕ ਇੱਕ ਦੂਜੇ ਨਾਲ ਪਰਾਲਬਧ ਕਰਕੇ ਜੁੜੇ ਹਨ। ਪੂਰਬ ਜਨਮ ਕੇ ਮਿਲੇ ਸੰਜੋਗੀ। ਪੂਰਬਲੇ ਜਨਮਾਂ ਦੇ ਸੰਜੋਗ ਕਰਕੇ ਆਪਸ ਵਿੱਚ ਮਿਲਾਪ ਹੁੰਦੇ ਹਨ। ਪ੍ਰਭੂ ਸਰੂਪ ਜੋ ਪਿਤਾ ਹਮਾਰੇ। ਜੋ ਸਾਡੇ ਪਿਤਾ ਧੰਨ ਗੁਰੂ ਅਮਰਦਾਸ ਮਹਾਰਾਜ ਅਕਾਲ ਪੁਰਖ ਦਾ ਸਰੂਪ ਸਨ। ਤਿਮ ਸ੍ਰੀ ਅਰਜਨ ਪਿਤਾ ਉਦਾਰੇ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਿਤਾ ਗੁਰੂ ਰਾਮਦਾਸ ਜੀ, ਉਹ ਵੀ ਵੱਡੇ ਨੇ। ਆਪਣੇ ਸਦਨ ਬੈਕੁੰਠ ਸਿਧਾਰੇ। ਉਹ ਸਤਿਗੁਰੂ ਆਪਣੇ ਸਦਨ ਆਪਣੇ ਘਰ ਨੂੰ ਬੈਕੁੰਠ ਪਿਆਨਾ ਕਰ ਗਏ ਹਨ। ਸੋਚਨ ਜੋਗ ਨ ਸੋ ਸੁਖ ਪਾਰੇ। ਇਸ ਲਈ ਉਹ ਭਾਰੀ ਸੁਖਦਾਇਕ ਸੁਖ ਦੇਣ ਆਏ ਨੇ ਤੇ ਉਹਨਾਂ ਲਈ ਸ਼ੋਕ ਕਰਨਾ ਜਾਇਜ਼ ਨਹੀਂ ਹੈ। ਮਨ ਮਤ ਉਰਜੇ ਸਦਨ ਤੁਮਾਰੇ। ਤੇ ਇਸ ਤਰ੍ਹਾਂ ਉਹਨਾਂ ਪ੍ਰਤੀ ਸ਼ੋਕ ਕਰਨਾ ਤੇ ਇੰਜ ਹੈ ਕਿ ਜਿਸ ਤਰ੍ਹਾਂ ਕੋਈ ਮਨਮਤ ਹੋਵੇ। ਮਨ ਮਤ ਉਰਜੇ ਭਗਤ ਬਹੀਨੇ। ਜਿਹੜੇ ਲੋਕ ਭਗਤੀ ਤੋਂ ਹੀਣੇ, ਭਗਤੀ ਤੋਂ ਖਾਲੀ ਨੇ, ਆਪਣੇ ਮਨ ਦੀ ਮਤ ਪਿੱਛੇ ਚੱਲਣ ਵਾਲੇ ਨੇ, ਕਬਹੁ ਨ ਪ੍ਰਭ ਕੋ ਸਿਮਰਨ ਕੀਨੇ। ਉਹਨਾਂ ਲੋਕਾਂ ਨੇ ਮਨਮਤੀਆਂ ਨੇ ਕਦੇ ਸਿਮਰਨ ਨਹੀਂ ਕੀਤਾ। ਸੋ ਸੋਚਨ ਕੇ ਜੋਗ ਮਹਾਨਾ। ਉਹ ਲੋਕ ਸੋਚਣ ਦੇ ਯੋਗ ਨੇ, ਉਹਨਾਂ ਪ੍ਰਤੀ ਸ਼ੋਕ ਕਰਨਾ ਯੋਗ ਹੈ ਜਿਨ੍ਹਾਂ ਕਦੇ ਸੰਗਤ ਨਹੀਂ ਕੀਤੀ, ਜਿਨ੍ਹਾਂ ਨਾਮ ਨਹੀਂ ਜਪਿਆ, ਭਗਤੀ ਨਹੀਂ ਕੀਤੀ ਤੇ ਹਮੇਸ਼ਾ ਮਨਮਤ ਵਰਤੀ ਹੈ। ਜੋ ਮਨ ਵਿੱਚ ਆਇਆ ਉਹੀ ਕੀਤਾ ਹੈ, ਉਹਨਾਂ ਪ੍ਰਤੀ ਸ਼ੋਕ ਕਰਨਾ ਯੋਗ ਹੈ। ਧਰਮ ਤਿਆਗ ਜਿਨ ਕੇ ਅਗਨਾਨਾ। ਕਿਹਨਾਂ ਪ੍ਰਤੀ ਸ਼ੋਕ ਕਰੀਦਾ? ਜਿਨ੍ਹਾਂ ਨੇ ਧਰਮ ਦਾ ਤਿਆਗ ਕੀਤਾ ਤੇ ਭਾਰੀ ਪਾਪ ਕੀਤੇ ਹਨ। ਨਹਿ ਸਤਿਗੁਰ ਕੀ ਸੇਵ ਕਮਾਈ। ਜਿਨ੍ਹਾਂ ਨੇ ਗੁਰੂ ਦੀ ਸੇਵਾ ਨਹੀਂ ਕੀਤੀ, ਬੰਦਗੀ ਨਹੀਂ, ਭਗਤੀ ਨਹੀਂ ਕੀਤੀ। ਸਤਿਗੁਰ ਗਿਰਾ ਨ ਹਿਰਦੈ ਬਸਾਈ। ਗੁਰੂ ਸਾਹਿਬ ਦੇ ਉਪਦੇਸ਼ ਨੂੰ ਆਪਣੇ ਹਿਰਦੇ 'ਚ ਵਸਾਇਆ ਹੀ ਨਹੀਂ। ਜੋ ਗੁਰੂ ਸਾਹਿਬ ਨੇ ਸਾਨੂੰ ਉਪਦੇਸ਼ ਦਿੱਤਾ ਉਹ ਸੁਣਨ ਦਾ ਹੀ ਸਮਾਂ ਨਹੀਂ ਸੀ, ਵਸਾਉਣ ਦੀ ਗੱਲ ਤਾਂ ਦੂਰ ਦੀ ਹੈ। ਜੇ ਕਿਤੇ ਕੰਨਾਂ ਵਿੱਚ ਬੋਲ ਪਏ ਵੀ ਤੇ ਕਹਿ ਦਿੱਤਾ ਜੀ ਸਾਡੇ ਕੋਲੋਂ ਕਮਾਏ ਨਹੀਂ ਜਾਂਦੇ ਕਿਉਂਕਿ ਅਸੀਂ ਸੰਸਾਰੀ ਲੋਕ ਹਾਂ,
ਤੇ ਜਿਨ੍ਹਾਂ ਨੇ ਇਸ ਤਰ੍ਹਾਂ ਆਪਣੀ ਮਨਮਤ ਵਰਤੀ ਹੈ, ਜਿਸ ਦਿਨ ਪਚੀ ਕੁਟੰਬ ਮਜਾਰੇ, ਦਿਨ ਰਾਤ ਆਪਣੇ ਪਰਿਵਾਰਾਂ ਦੇ ਵਿੱਚ, ਕਾਰੋਬਾਰਾਂ ਦੇ ਵਿੱਚ ਫਸੇ ਰਹੇ ਹਨ। ਕੂੜ ਬੋਲ ਸੰਚਹਿ ਤਨ ਪਾਰੇ, ਝੂਠ ਬੋਲ ਬੋਲ ਕੇ ਬਹੁਤ ਧਨ ਜੋੜਿਆ ਹੈ। ਧਰਮ ਦੀ ਕਿਰਤ ਕਰਨੀ ਮਾੜੀ ਨਹੀਂ, ਪਰ ਝੂਠ ਬੋਲ ਕੇ ਪਰਾਇਆ ਹੱਕ ਖੋ ਕੇ ਘਰ ਲਿਆਉਣਾ ਤੇ ਫਿਰ ਉਹਨੂੰ ਜੋੜਨਾ। ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪਿਆਨ ਲੁਟਾਵੈ। ਮਨ ਮੇਰੇ ਭੂਲੇ ਕਪਟ ਨ ਕੀਜੈ, ਅੰਤ ਨਬੇਰਾ ਤੇਰੇ ਜੀ ਪਹਿ ਲੀਜੈ। ਧਰਮ ਦੀ ਕਿਰਤ ਕਰਨੀ ਉਹ ਚੰਗੀ ਭਲੀ ਹੈ, ਉਸ ਵਿੱਚੋਂ ਵੀ ਦਸਵੰਧ ਕੱਢਣਾ ਤੇ ਲੋੜਵੰਦ ਦੇ ਤਾਈਂ ਦੇਣਾ, ਇਹ ਗੁਰੂ ਸਾਹਿਬ ਦਾ ਸਾਨੂੰ ਹੁਕਮ ਹੈ। ਪਰ ਝੂਠ ਬੋਲ ਬੋਲ ਕੇ ਬਹੁਤਾ ਧਨ ਜੋੜ ਲੈਣਾ ਕਿ ਪੰਡਾਂ ਦੀਆਂ ਪੰਡਾਂ ਅਸੀਂ ਨਾਲ ਲੈ ਕੇ ਜਾਵਾਂਗੇ। ਪਰ ਮਹਾਰਾਜ ਕੇ ਬਾਬਾ ਮੋਹਰੀ ਜੀ ਇੱਥੇ ਕਹਿ ਰਹੇ ਨੇ ਕਿ ਜਿਨ੍ਹਾਂ ਨੇ ਦਿਨ ਰਾਤ ਪਰਿਵਾਰਾਂ ਦੇ ਮੋਹ ਵਿੱਚ ਫਸੇ ਰਹੇ, ਝੂਠ ਬੋਲ ਕੇ ਬਹੁਤਾ ਧਨ ਜੋੜਿਆ ਹੈ। ਤਪ ਤੀਰਥ ਜਿਨ ਕੀਨ ਨ ਕੋਊ, ਨਾ ਕਦੇ ਤਪ ਕੀਤਾ, ਨਾ ਕਦੇ ਤੀਰਥ ਸਥਾਨ ਦੀ ਯਾਤਰਾ ਕੀਤੀ। ਤੀਰਥ ਤੇ ਜਾਣਾ ਵੀ ਤਾਂ ਭਲਾ ਹੈ ਜੇ ਚਿੱਤ ਦੇ ਵਿੱਚ ਭਗਤੀ ਹੈ, ਜੇ ਚਿੱਤ ਸਾਫ਼ ਹੈ, ਜੇ ਚਿੱਤ ਕਰਕੇ ਆਪਾਂ ਮਨ ਕਰਕੇ ਪਵਿੱਤਰ ਹਾਂ ਤੇ ਫਿਰ ਤੀਰਥ ਤੇ ਜਾਣਾ ਭਲਾ ਹੈ। ਪਰ ਜੇ ਉੱਥੇ ਜਾਇਆ ਵੀ ਆਪਣੇ ਮਨ ਨੂੰ ਮਲੀਨ ਹੀ ਰੱਖਣਾ ਹੈ ਤੇ ਫਿਰ ਇੱਕ ਪਉ ਲੱਥੀ ਨਾਤਿਆਂ ਦੋਏ ਪਾ ਚੜ੍ਹੀਐਸ ਹੋਰ। ਜਿਨ੍ਹਾਂ ਨੇ ਤਪ ਨਹੀਂ, ਭਗਤੀ ਨਹੀਂ ਕੀਤੀ, ਸੋਚਨ ਜੋਗ ਜਾਣੀਐ ਸੋ, ਉਹ ਲੋਕ ਸੋਚਣ ਦੇ ਯੋਗ ਨੇ, ਉਹਨਾਂ ਪ੍ਰਤੀ ਸ਼ੋਕ ਕਰਨਾ ਚਾਹੀਦਾ ਹੈ। ਇਹ ਬਚਨ ਆਪਾਂ ਭਗਤ ਜੀ ਦੇ ਬਾਣੀ ਅੰਦਰ ਵੀ ਪੜ੍ਹਦੇ ਹਾਂ। ਕਬੀਰ ਸੰਤ ਮੋਏ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ, ਰੋਵੋ ਸਾਖਤ ਵਾਪਰੈ, ਜੋ ਹਾਟੇ ਹਾਟ ਬਿਕਾਏ। ਉਹਨਾਂ ਲਈ ਸ਼ੋਕ ਨਹੀਂ ਕਰੀਦਾ ਜਿਹੜੇ ਆਪਣੇ ਘਰ ਗਏ ਨੇ। ਤੇ ਆਪਣੇ ਘਰ ਕੌਣ ਜਾਂਦੇ ਨੇ? ਜਿਨ੍ਹਾਂ ਨੇ ਸੰਸਾਰ ਵਿੱਚ ਆ ਕੇ ਨਾਮ ਜਪਿਆ, ਭਗਤੀ ਕੀਤੀ, ਸੇਵਾ ਸਿਮਰਨ ਕੀਤਾ, ਕਿਸੇ ਨੂੰ ਦੇਖ ਕਰਕੇ ਉਹਨਾਂ ਤੇ ਦਇਆ ਤਰਸ ਕੀਤਾ, ਉਹਨਾਂ ਦੇ ਕੰਮ ਆਏ, ਪਰਉਪਕਾਰੀ ਜੀਵਨ ਬਤੀਤ ਕੀਤਾ ਤੇ ਇਸ ਲੋਕ ਦੇ ਵਿੱਚ ਵੀ ਉਹਨਾਂ ਦੀ ਵਾਹਵਾ ਹੋਈ। ਤੇ ਜਿਹੜੇ ਸੰਸਾਰ ਵਿੱਚ ਵਾਹਵਾ ਖੱਟ ਕੇ ਗਏ ਨੇ, ਪਰਲੋਕ ਤਾਂ ਮੁਖ ਉਜਲੇ ਹੈ ਹੀ ਨੇ। ਪਰ ਜਿਨ੍ਹਾਂ ਨੂੰ ਇਸ ਸੰਸਾਰ ਵਿੱਚ ਹੀ ਲਾਹਨਤਾਂ ਪੈਣ ਲੱਗ ਪੈਂਦੀਆਂ ਨੇ, ਇਹ ਨਰਕ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਕਿ ਜੇ ਇਹ ਲੋਕ ਵੀ ਖਰਾਬ ਕਰ ਲਿਆ ਤੇ ਫਿਰ ਪਰਲੋਕ ਦੇ ਵਿੱਚ ਵੀ ਢੋਈ ਨਹੀਂ। ਇਸ ਲਈ ਉਹ ਸੋਚਣ ਦੇ ਯੋਗ ਨੇ, ਉਹਨਾਂ ਪ੍ਰਤੀ ਸ਼ੋਕ ਕਰਨਾ ਚਾਹੀਦਾ ਜਿਹੜਾ ਮਨੁੱਖਾ ਜਨਮ ਹਾਰ ਗਏ। ਸੁਪਨੇ ਕਬ ਸਤ ਸੰਗ ਨ ਸੇਵਾ, ਜਿਨ੍ਹਾਂ ਨੇ ਕਦੇ ਸੁਪਨੇ 'ਚ ਵੀ ਸੰਗਤ ਨਹੀਂ ਕੀਤੀ। ਸੁਪਨੇ 'ਚ ਵੀ ਉਹੀ ਕਰੇਗਾ ਨਾ ਜਿਹਨੇ ਪ੍ਰਤੱਖ ਕੀਤੀ ਹੋਵੇ, ਜਿਹਨੇ ਸਮਾਂ ਕੱਢ ਕੇ ਸੰਗਤ ਵਿੱਚ ਘੜੀਆਂ ਬਤੀਤ ਕੀਤੀਆਂ ਹੋਣ ਤੇ ਸੁਪਨੇ ਵਿੱਚ ਵੀ ਫਿਰ ਉੱਥੇ ਜਾਂਦਾ ਹੈ। ਕਬੀਰ ਸੁਪਨੇ ਹੂੰ ਬਰੜਾਏ ਕਹਿ ਜੇ ਮੁਖ ਨਿਕਸੈ ਰਾਮ, ਤਾਂ ਕਿ ਪੱਗ ਕੀ ਪਨ ਹੀ ਮੇਰੇ ਤਨ ਕੋ ਚਾਮ। ਜਿੱਥੇ ਸਾਰਾ ਦਿਨ ਬੰਦਾ ਸੁਰਤ ਕਰਕੇ ਰਵੇ, ਸੁਪਨੇ ਵਿੱਚ ਵੀ ਉੱਥੇ ਤੁਰਿਆ ਫਿਰਦਾ ਹੈ। ਜਿਹਨੇ ਕਦੇ ਸੁਪਨੇ 'ਚ ਵੀ ਸੰਗਤ ਨਹੀਂ ਕੀਤੀ, ਕਦੇ ਨਾਮ ਨਹੀਂ ਜਪਿਆ, ਸੇਵਾ ਨਹੀਂ ਕੀਤੀ। ਗੁਣ ਬਹੀਨ ਅਫਰੇ ਅਹਮੇਵਾ, ਗੁਣਾ ਤੋਂ ਖਾਲੀ ਨੇ ਤੇ ਅਫਰੇ ਅਹੰ ਮੇਵਾ। ਐਵੇਂ ਹੰਕਾਰ ਦੇ ਨਾਲ ਆਫਰੇ ਫਿਰਦੇ ਨੇ ਕਿ ਅਸੀਂ ਆਹ ਹਾਂ, ਸਾਡੇ ਕੋਲ ਇੰਨਾ ਉੱਚਾ ਉਹਦਾ, ਸਾਡੇ ਕੋਲ ਧਨ ਬੜਾ, ਸਾਡੀ ਚੱਲਦੀ ਬੜੀ ਹੈ, ਅਸੀਂ ਬਹੁਤ ਵੱਡੀ ਕਰਤੂਤ ਦੇ ਮਾਲਕ ਹਾਂ। ਝੂਠੇ ਹੰਕਾਰ ਦੇ ਨਾਲ ਫੁੱਲੇ ਹੋਏ ਨੇ ਜੋ ਹਿਰਦੇ ਦਇਆ ਨਹਿ ਦੀਨੋ ਦਾਨਾ, ਜਿਨ੍ਹਾਂ ਨੇ ਕਦੇ ਹਿਰਦੇ ਵਿੱਚ ਦਇਆ ਤਰਸ ਨਹੀਂ ਕੀਤਾ, ਕਿਸੇ ਗਰੀਬ ਪ੍ਰਤੀ ਦਾਨ ਨਹੀਂ ਕੀਤਾ। ਸੇ ਸੋਚਨ ਕੇ ਜੋਗ ਮਹਾਨਾ, ਉਹ ਸੋਚਣ ਦੇ ਯੋਗ ਨੇ, ਉਹਨਾਂ ਪ੍ਰਤੀ ਸ਼ੋਕ ਕਰਨਾ ਚਾਹੀਦਾ ਹੈ। ਮਿਲੈ ਕੁਸੰਗ ਕਮਾਏ ਬੇਕਾਰਾ, ਜਿਹੜੇ ਖੋਟੀ ਸੰਗਤ ਦੇ ਵਿੱਚ ਮਿਲ ਕੇ ਵਕਾਰ ਕਮਾਉਂਦੇ ਹਨ। ਹਿਰਦੇ ਸਦਾ ਸਤਨਾਮ ਬਿਸਾਰਾ, ਆਪਣੇ ਹਿਰਦੇ ਵਿੱਚੋਂ ਪ੍ਰਮਾਤਮਾ ਦੀ ਭਗਤੀ ਨੂੰ ਭੁਲਾ ਦਿੱਤਾ ਹੈ। ਤਜੇ ਸੋ ਪੰਥ ਕੁਮਾਰਗ ਚਾਲਾ, ਭਗਤੀ ਦਾ ਰਸਤਾ ਛੱਡ ਕੇ ਤੇ ਜਮਾ ਵਾਲਾ ਰਸਤਾ ਲੈ ਲਿਆ ਹੈ। ਸੋ ਸੋਚਨ ਕੇ ਜੋਗ ਬਿਸਾਲਾ, ਉਹ ਲੋਕ ਸੋਚਣ ਦੇ ਯੋਗ ਹਨ, ਉਹਨਾਂ ਪ੍ਰਤੀ ਸ਼ੋਕ ਕਰਨਾ ਯੋਗ ਹੈ। ਇਤਿਆਦਿਕ ਕਰ ਕੋਮਲ ਬਾਣੀ, ਇਸ ਤਰ੍ਹਾਂ ਦੇ ਕੋਮਲ ਬਚਨ ਜਿਹੜੇ ਸਨ, ਸਮਝਾਈ ਨਿਜ ਪਤਨ ਮਹਾਨੀ। ਬਾਬਾ ਮੋਹਰੀ ਜੀ ਨੇ ਆਪਣੇ ਘਰਦਿਆਂ ਨੂੰ ਇਹ ਕੋਮਲ ਬਚਨ ਕਹਿ ਕੇ ਸਿੱਖਿਆ ਦਿੱਤੀ ਹੈ। ਜਲ ਪ੍ਰਵਾਹ ਮਿਲਟ ਤਿਨਨ ਬਸ਼ੇਰੈ ਹੈ, ਕਹਿੰਦੇ ਜਿਸ ਤਰ੍ਹਾਂ ਜਲ ਦੇ ਪ੍ਰਵਾਹ ਦੇ ਵਿੱਚ ਜਿਹੜੇ ਤਿਣਕੇ ਹੁੰਦੇ ਨੇ ਉਹ ਵਿਛੜਦੇ ਰਹਿੰਦੇ ਨੇ, ਤਥਾ ਥੂਲ ਤਨ ਕੀ ਗਤ ਐ ਹੈ। ਇਸੇ ਤਰ੍ਹਾਂ ਸਥੂਲ ਜਿਹੜੇ ਸਰੀਰ ਨੇ ਨਾ, ਉਹਨਾਂ ਦੀ ਹਾਲਤ ਹੈ ਕਿ ਇਹਨਾਂ ਦਾ ਵਿਛੋੜਾ, ਜੇ ਮਿਲਾਪ ਬਣਿਆ ਤੇ ਫਿਰ ਵਿਛੋੜਾ ਵੀ ਕਿਸ ਤਰ੍ਹਾਂ ਦਾ। ਨਦੀਆਂ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ। ਜਿਸ ਤਰ੍ਹਾਂ ਨਦੀ ਦਾ ਪ੍ਰਵਾਹ ਚੱਲਦਾ ਹੀ ਰਹਿੰਦਾ ਹੈ,
ਇਸੇ ਤਰ੍ਹਾਂ ਸਰੀਰਾਂ ਦੇ ਵਿਛੋੜੇ ਬਣੇ ਹਨ। ਪਰਾਰਬਦ ਕੋ ਬੇਗ ਸੋ ਪਾਏ, ਪਰਾਲਬਦ ਦਾ ਬੇਗ ਜਿਹੜਾ ਹੈ, ਪਰਾਲਬਦ ਦਾ ਪਾਣੀ ਪਾ ਕੇ ਮਿਲ ਬਿਸ਼ਰੁਤ ਦੇਹੀ ਇਸ ਇਹ ਪਾਏ। ਦੇਹੀਆਂ ਮਿਲਦੀਆਂ ਤੇ ਫਿਰ ਵਿਛੜਦੀਆਂ ਹਨ। ਸੁਨਹੁ ਸੁਬ੍ਰਿਤੇ ਇਮ ਉਰਜਾਨ, ਕਹਿਣ ਲੱਗੇ ਸ਼੍ਰੇਸ਼ਟ ਬਿਰਤੀ ਵਾਲੀਏ ਸੁਣ, ਰੋਦਨ ਸ਼ੋਕ ਕਰਹੁ ਸਭ ਹਾਨ। ਆ ਜਿਹੜਾ ਰੋ ਕੇ ਤੁਸੀਂ ਸ਼ੋਕ ਕਰ ਰਹੇ ਹੋ ਇਹ ਦੂਰ ਕਰੋ। ਬਚਨ ਮੋਹਰੀ ਕੀ ਸਮਪਾਨੋ, ਬਾਬਾ ਮੋਹਰੀ ਜੀ ਦੇ ਬਚਨ ਜਿਹੜੇ ਸਨ ਉਹ ਸੂਰਜ ਦੀ ਤਰ੍ਹਾਂ ਹਨ, ਸ਼ੋਕ ਤਿਮਰ ਕੋ ਕੀਨ ਸਹਾਨੋ। ਤੇ ਜਿਹੜਾ ਸ਼ੋਕ ਸੀ ਉਹ ਹਨੇਰੇ ਦੀ ਤਰ੍ਹਾਂ ਇਸ ਨੂੰ ਦੂਰ ਕੀਤਾ ਹੈ। ਧਰਤੀ ਰਜ ਸਭ ਬੈਠੇ ਪਾਸ, ਹੌਸਲਾ ਰੱਖ ਕੇ ਸਾਰਾ ਪਰਿਵਾਰ ਕੋਲ ਬੈਠ ਗਿਆ। ਬਹੁ ਬਿਦ ਕੋ ਕੇ ਬਾਕ ਬਿਲਾਸ। ਕਈ ਤਰ੍ਹਾਂ ਦੇ ਬਚਨ ਬਿਲਾਸ ਸਤਿਗੁਰਾਂ ਦੇ ਨਾਲ ਕੀਤੇ ਹਨ। ਨੰਦ ਮੋਹਰੀ ਕੋ ਜੋ ਨੰਦਨ, ਬਾਬਾ ਮੋਹਰੀ ਜੀ ਦੇ ਪੁੱਤਰ ਬਾਬਾ ਆਨੰਦ ਜੀ ਜੋ ਸਨ, ਆਏ ਕਰੀ ਬੰਦਨ ਕਰ ਬੰਦ। ਇਹਨਾਂ ਨੇ ਆ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਨਮਸਕਾਰ ਕੀਤੀ ਹੈ। ਸ੍ਰੀ ਗੁਰੂ ਅਰਜਨ ਬਹੁ ਸਤਕਾਰਾ, ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬੜਾ ਇਹਨਾਂ ਦਾ ਸਤਿਕਾਰ ਕੀਤਾ ਹੈ ਕਿ ਤੁਸੀਂ ਗੁਰੂ ਅਮਰਦਾਸ ਮਹਾਰਾਜ ਜੀ ਦੀ ਅੰਸ਼ ਚੋਂ ਹੋ, ਬਾਬਾ ਮੋਹਰੀ ਜੀ ਦੇ ਪੁੱਤਰ ਹੋ। ਪਾਸ ਬਿਠਾਇਓ ਆਨੰਦ ਤਾਰਾ, ਬਹੁਤਾ ਚਿੱਤ ਵਿੱਚ ਆਨੰਦ ਵਧਾ ਕੇ ਪਿਆਰ ਵਧਾ ਕੇ ਸਤਿਗੁਰਾਂ ਨੇ ਕੋਲ ਬਿਠਾਇਆ ਹੈ। ਅਤ ਹਰਖਤ ਚਿਤ ਸਭ ਪਰਵਾਰੂ, ਸਾਰਾ ਪਰਿਵਾਰ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਚਿੱਤ ਵਿੱਚ ਬੜਾ ਪ੍ਰਸੰਨ ਹੋਇਆ ਹੈ। ਕਰਵਾਵਤ ਪੇ ਤਿਆਰ ਆਹਾਰੂ, ਫਿਰ ਛਕਣ ਵਾਸਤੇ ਪ੍ਰਸ਼ਾਦਾ ਤਿਆਰ ਕੀਤਾ ਹੈ। ਸਾਦਰ ਚੌਂਕੀ ਚਾਰ ਡਸਾਈ। ਬੜੇ ਸਤਿਕਾਰ ਦੇ ਨਾਲ ਸਤਿਗੁਰਾਂ ਨੂੰ ਬਿਠਾਉਣ ਵਾਸਤੇ ਸੋਹਣੀ ਚੌਂਕੀ ਤੇ ਜਿਹੜੀ ਹੈ ਉਹ ਰੱਖੀ ਹੈ। ਤਿਸ ਪਰ ਸਤਿਗੁਰ ਦੀਨ ਬਿਠਾਈ, ਉਸ ਸੋਹਣੀ ਚੌਂਕੀ ਦੇ ਉੱਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਬਿਰਾਜਮਾਨ ਕੀਤਾ ਹੈ। ਨਾਨਾ ਰਸ ਕੇ ਭੋਜਨ ਪਾਏ। ਕਈ ਤਰ੍ਹਾਂ ਦੇ ਜਿਹੜੇ ਪਕਵਾਨ ਸਾਨੂੰ ਸਤਿਗੁਰਾਂ ਦੇ ਅੱਗੇ ਰੱਖੇ ਨੇ। ਥਾਲ ਬਿਸਾਲ ਧਰਿਓ ਅਗਵਾਏ, ਵੱਡਾ ਥਾਲ ਲਿਆ ਕੇ ਪਕਵਾਨ ਦਾ ਗੁਰੂ ਅਰਜਨ ਦੇਵ ਸਾਹਿਬ ਦੇ ਅੱਗੇ ਰੱਖਿਆ। ਬਾਨੀ ਮధుਰ ਮੋਹਰੀ ਕਹੈ, ਬਾਬਾ ਮੋਹਰੀ ਜੀ ਬੜੇ ਪਿਆਰ ਦੇ ਨਾਲ ਮਿੱਠੇ ਬੋਲ ਬੋਲ ਕੇ ਕਹਿੰਦੇ ਨੇ। ਹਸਨ ਅਚਾਵਤ ਦਰਸ਼ਨ ਲਹੈ, ਸਤਿਗੁਰਾਂ ਨੂੰ ਬੜੇ ਪਿਆਰ ਨਾਲ ਭੋਜਨ ਛਕਾਉਂਦੇ ਨੇ ਤੇ ਗੁਰਦੇਵ ਦੇ ਦਰਸ਼ਨ ਕਰਦੇ ਹਨ। ਸਕਲ ਕੁਟੰਬ ਚਿਓ ਮਿਲ ਫੇਰੀ। ਸਾਰਾ ਜਿਹੜਾ ਪਰਿਵਾਰ ਸੀ ਉਹ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੋਲ ਬੈਠਾ। ਪਹਿਲਾਂ ਸਤਿਗੁਰਾਂ ਨੂੰ ਪ੍ਰਸ਼ਾਦਾ ਛਕਾਇਆ, ਬਾਅਦ ਵਿੱਚ ਸਾਰੇ ਪਰਿਵਾਰ ਨੇ ਆਪ ਛਕਿਆ ਹੈ। ਰਾਤ ਬਿਖੈ ਸੁਠ ਸੇਜ ਬਡੇਰੀ, ਰਾਤ ਦੇ ਸਮੇਂ ਬੜੀ ਸੋਹਣੀ ਸੇਜਾ ਸਤਿਗੁਰਾਂ ਦੀ ਲਾਈ ਹੈ। ਸੁਪਤ ਹੇਤ ਸ੍ਰੀ ਗੁਰ ਕੋ ਦਈ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਰਾਤ ਆਰਾਮ ਕਰਨ ਵਾਸਤੇ ਸੋਹਣੀ ਸੇਜਾ ਲਾ ਕੇ ਦਿੱਤੀ ਹੈ। ਇਮ ਸੁਖ ਸੋ ਪ੍ਰਾਤੀ ਪੁਨ ਭਈ, ਇਸ ਤਰ੍ਹਾਂ ਸੁਖ ਦੇ ਨਾਲ ਰਾਤ ਬਤੀਤ ਕੀਤੀ ਹੈ। ਸਵੇਰ ਹੋਈ ਹੈ। ਜਾਏ ਬਾਵਲੀ ਕੀਨ ਸ਼ਨਾਨਾ, ਸਤਿਗੁਰੂ ਜੀ ਨੇ ਸਵੇਰ ਹੁੰਦੀ ਦੇਖੀ, ਉੱਠ ਕੇ ਬਾਉਲੀ ਸਾਹਿਬ 'ਚ ਇਸ਼ਨਾਨ ਕੀਤਾ ਹੈ। ਪਠ ਜਪਜੀ ਸ੍ਰੀ ਨਾਨਕ ਧਿਆਨਾ, ਜਪਜੀ ਸਾਹਿਬ ਦਾ ਪਾਠ ਕੀਤਾ। ਗੁਰੂ ਨਾਨਕ ਸਾਹਿਬ ਜੀ ਦਾ ਧਿਆਨ ਧਾਰ ਕੇ ਗੁਰੂ ਅਮਰਦਾਸ ਜੀ ਦੇ ਬਚਨ ਵੀ ਨੇ, ਗੁਰ ਕੀ ਮੂਰਤ ਧਰ ਕੇ ਧਿਆਨ ਮਿਟੈ 84 ਆਵਣ ਜਾਣ। ਜਿਹੜਾ ਗੁਰੂ ਦੀ ਮੂਰਤ ਨੂੰ ਆਪਣੇ ਧਿਆਨ ਵਿੱਚ ਲਿਆ ਕੇ ਜਪਜੀ ਸਾਹਿਬ ਦੇ ਪਾਠ ਕਰੇ, ਇਸ਼ਨਾਨ ਕਰੇ, 84 ਕੱਟੀ ਜਾਵੇਗੀ। ਪਰ ਇਹ ਤਾਂ ਸਤਿਗੁਰੂ ਆਪ ਸਮਰੱਥ ਨੇ। ਪਰ ਫਿਰ ਵੀ ਵੱਡਿਆਂ ਦੀਆਂ ਬਖਸ਼ਿਸ਼ਾਂ ਨੂੰ ਸਨਮਾਨਿਆ। ਜਿਹੜੀ ਗੁਰੂ ਅਮਰਦਾਸ ਜੀ ਨੇ ਬਖਸ਼ਿਸ਼ ਕੀਤੀ ਸੰਸਾਰ ਦੇ ਭਲੇ ਲਈ, ਬਾਉਲੀ ਤਿਆਰ ਕਰਵਾਈ, ਉਹਦੇ ਵਿੱਚ ਸਤਿਗੁਰਾਂ ਨੇ ਆਪ ਇਸ਼ਨਾਨ ਕੀਤਾ। ਗੁਰੂ ਨਾਨਕ ਸਾਹਿਬ ਜੀ ਦਾ ਧਿਆਨ ਧਰਿਆ, ਜਪਜੀ ਸਾਹਿਬ ਦਾ ਪਾਠ ਕੀਤਾ ਹੈ। ਲੀਨ ਮੋਹਰੀ ਆਪਣੇ ਸਾਥ, ਫਿਰ ਬਾਬਾ ਮੋਹਰੀ ਜੀ ਨੇ ਸਤਿਗੁਰਾਂ ਨੂੰ ਆਪਣੇ ਨਾਲ ਲਿਆ। ਗਮਨੇ ਸ੍ਰੀ ਗੁਰੂ ਅਰਜਨ ਨਾਥ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਪਣੇ ਮਾਮੇ ਮੋਹਰੀ ਜੀ ਨਾਲ ਚੱਲ ਪਏ ਨੇ। ਅਪਰ ਲੋਕ ਗਨ ਸੰਗ ਸਿਦਾਏ, ਹੋਰ ਵੀ ਕੁਝ ਲੋਕ ਸਤਿਗੁਰਾਂ ਦੇ ਨਾਲ ਚੱਲੇ ਹਨ। ਪਾਸ ਬਿਪਾਸਾ ਪਿਖ ਹਰ ਖਾਏ, ਬਿਆਸਾ ਦਰਿਆ ਨੇੜੇ ਹੀ ਹੈ ਨਗਰ ਗੋਇੰਦਵਾਲ ਦੇ। ਹੁਣ ਤੇ ਚਲੋ ਕੁਝ ਪਾਣੀ ਘਟਣ ਕਰਕੇ ਦਰਿਆ ਦੂਰ ਚਲਾ ਗਿਆ, ਪਰ ਪਹਿਲਾਂ ਜਿਹੜਾ ਸਥਾਨ ਵੀ ਸੀ ਉਹ ਬਿਆਸਾ ਦਰਿਆ ਦੇ ਕੰਢੇ ਤੇ ਵਸਿਆ ਹੋਇਆ। ਉੱਥੇ ਜਾ ਕੇ ਬਿਆਸਾ ਦਰਿਆ ਦਾ ਜਲ ਦੇ ਕੇ ਪ੍ਰਸੰਨ ਹੋਏ ਹਨ। ਸੁੰਦਰ ਹੈ ਪ੍ਰਵਾਹ ਜਿਸ ਕੇਰੇ, ਜਿਸ ਦਰਿਆ ਦੇ ਵਿੱਚ ਬੜਾ ਸੋਹਣਾ ਪਾਣੀ ਦਾ ਪ੍ਰਵਾਹ ਚੱਲ ਰਿਹਾ ਹੈ। ਨਾਦਤ ਖਗ ਚਕਵਾਦ ਕਨੇਰੇ, ਜਿਸ ਦੇ ਵਿੱਚ ਚੱਕਵੇ ਅਤੇ ਹੋਰ ਪੰਛੀ ਜਿਹੜੇ ਨੇ ਉਹ ਬਹੁਤ ਸੁੱਖ ਪਾ ਰਹੇ ਹਨ। ਦੋ ਦੇਹੁਰਾ ਦੇਖਨ ਕਰੇ, ਦੋ ਦੇਹੁਰੇ ਜਿਹੜੇ ਸਨ ਸਤਿਗੁਰਾਂ ਦੇ ਉੱਥੇ ਦੇਖੇ ਹਨ। ਕਮਲ ਕਲੀ ਸਮ ਸੁੰਦਰ ਖਰੇ, ਮਾਨੋ ਕਮਲ ਦੀ ਕਲੀ ਦੇ ਵਾਂਗੂ ਸੋਹਣੇ ਖੜੇ
ਖੜੇ ਹੋਣ। ਪਿਖੇ ਦੂਰ ਤੇ ਉਜਲ ਐਸੇ ਦੂਰੋਂ ਇਸ ਤਰ੍ਹਾਂ ਉਜਲ ਦੇਹੁਰੇ ਦੇਖੇ ਹਨ, ਭਾਦੋਂ ਮਾਸ ਖੂਬ ਜੁਗ ਜੈਸੇ ਜਿਸ ਤਰ੍ਹਾਂ ਭਾਦੋਂ ਦੇ ਮਹੀਨੇ ਖੁੰਬਾਂ ਜਿਹੜੀਆਂ ਨੇ ਉਹ ਖੜੀਆਂ ਹੋਣ। ਜਨਨੀ ਪਿਤ ਅਰ ਪਿਤ ਨਿਜ ਜੋ ਉਹ ਦੋ ਦੇਹੁਰੇ ਕਿਹੜੇ ਸਨ? ਇੱਕ ਤਾਂ ਜਨਨੀ ਪਿਤ ਮਾਤਾ ਭਾਨੀ ਜੀ ਦੇ ਪਿਤਾ ਗੁਰੂ ਅਮਰਦਾਸ ਜੀ ਦਾ ਦੇਹੁਰਾ, ਤੇ ਦੂਜਾ ਦੇਹੁਰਾ ਹੈ ਆਪਣੇ ਪਿਤਾ ਗੁਰੂ ਰਾਮਦਾਸ ਜੀ ਦਾ। ਜਿੱਥੇ ਗੁਰੂ ਅਮਰਦਾਸ ਜੀ ਦਾ ਸੰਸਕਾਰ ਹੋਇਆ ਬਿਆਸਾ ਦੇ ਕੰਢੇ ਤੇ, ਉੱਥੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਅੰਤਮ ਸੰਸਕਾਰ ਹੋਇਆ। ਇਉਂ ਦੋ ਦੇਹੁਰੇ ਜਿਹੜੇ ਨੇ ਉਹ ਸਤਿਗੁਰਾਂ ਨੇ ਦੇਖੇ ਹਨ। ਨੇਤਰ ਭਰਿਓ ਜਲ ਸਿਮਰੇ ਦੋ ਦੋਨਾਂ ਨੂੰ ਯਾਦ ਕਰਕੇ, ਵੱਡੇ ਸਤਿਗੁਰਾਂ ਨੂੰ ਗੁਰੂ ਅਮਰਦਾਸ ਜੀ ਨੂੰ ਤੇ ਪਿਤਾ ਗੁਰੂ ਰਾਮਦਾਸ ਜੀ ਨੂੰ ਯਾਦ ਕਰਕੇ, ਰਿਸ਼ਤੇ ਵਜੋਂ ਗੁਰੂ ਅਮਰਦਾਸ ਜੀ ਨਾਨੇ ਲੱਗਦੇ ਨੇ, ਤੇ ਪਿਤਾ ਗੁਰੂ ਰਾਮਦਾਸ ਜੀ ਦੇ ਗੁਣਾਂ ਨੂੰ ਯਾਦ ਕਰਕੇ ਤੇ ਨੇਤਰਾਂ ਸਾਹਮਣੇ ਉਹਨਾਂ ਦੀ ਮੂਰਤ ਲਿਆ ਕੇ ਨੇਤਰਾਂ ਦੇ ਵਿੱਚ ਵਿਰਾਗ ਜਿਹੜਾ ਸੀ ਉਹ ਚੱਲਿਆ ਹੈ। ਭਰੇ ਪ੍ਰੇਮ ਪੁਲ ਕਾਬਲ ਹੋਈ ਬੜੇ ਪ੍ਰੇਮ ਦੇ ਨਾਲ ਜਿਹੜਾ ਇਹ ਰੋਮ ਸਨ ਉਹ ਖੜੇ ਹੋਏ ਹਨ। ਗਏ ਸਮੀਪ ਸੰਗ ਸਭ ਕੋਈ ਸਤਿਗੁਰਾਂ ਦੇ ਨਾਲ ਹਨ ਸਾਰੇ, ਤੇ ਉਸ ਦੇਹੁਰੇ ਦੇ ਕੋਲ ਗਏ ਹਨ। ਪੂਰਬ ਸ੍ਰੀ ਗੁਰ ਅਮਰ ਸਥਾਨੀ ਪਹਿਲਾਂ ਗੁਰੂ ਅਮਰਦਾਸ ਜੀ ਦਾ ਜਿਹੜਾ ਸੰਸਕਾਰ ਸਥਾਨ ਸੀ, ਬੰਧਨ ਕੀਨ ਜੋਰ ਜੁਗ ਪਾਨੀ ਗੁਰੂ ਅਮਰਦਾਸ ਸਾਹਿਬ ਜੀ ਦੇ ਮੁਬਾਰਕ ਅਸਥਾਨ ਦੇ ਉੱਤੇ ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ ਹੈ। ਬਹੁਰ ਪਰਕਰਮਾ ਦੀਨ ਸਫਿਰ ਕੈ ਫਿਰ ਸਤਿਗੁਰਾਂ ਨੇ ਆਪ ਗੁਰੂ ਅਮਰਦਾਸ ਜੀ ਦੇ ਦਿਉਰੇ ਦੀਆਂ ਪਰਿਕਰਮਾ ਕੀਤੀਆਂ ਨੇ। ਮਸਤਕ ਧੂਲ ਲਗਾਵਨ ਕਰ ਕੈ ਉੱਥੋਂ ਦੀ ਜਿਹੜੀ ਧੂੜ ਸੀ ਆਪਣੇ ਮੱਥੇ ਨੂੰ ਲਾਈ ਹੈ ਕਿ ਇਸ ਨਗਰ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਦੇ ਜੀ ਦੇ ਮੁਬਾਰਕ ਚਰਨ ਪਏ। ਜਿੱਥੇ ਜਾਇਬ ਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ, ਰਾਮ ਰਾਜੇ ਗੁਰ ਸਿੱਖੀ ਸੋ ਥਾਨ ਭਾਲਿਆ, ਲੈ ਧੂੜ ਮੁਖ ਲਾਵਾ। ਉਥੋਂ ਦੀ ਧੂੜ ਆਪਣੇ ਮਸਤਕ ਨੂੰ ਲਾਈ ਹੈ। ਬੈਠੇ ਪੁਨੈ ਕਰਾਹੂ ਮਗਾਇਓ ਫਿਰ ਸਤਿਗੁਰਾਂ ਨੇ ਉੱਥੇ ਬਿਰਾਜਮਾਨ ਹੋ ਕੇ ਬੈਠ ਕੇ ਕੜਾ ਪ੍ਰਸ਼ਾਦ ਮੰਗਵਾਇਆ ਹੈ। ਕਰ ਅਰਦਾਸ ਤਹਾਂ ਵਰਤਾਇਓ ਅਰਦਾਸ ਕਰਕੇ ਉਹ ਕੜਾ ਪ੍ਰਸ਼ਾਦ ਉੱਥੇ ਸੰਗਤ ਵਿੱਚ ਵਰਤਾ ਦਿੱਤਾ। ਨਿਕਟ ਦੇਖ ਸੁੰਦਰ ਕੋ ਕਹਿਓ ਤੇ ਨੇੜੇ ਖਲੋਤੇ ਸਨ ਬਾਬਾ ਸੁੰਦਰ ਜੀ, ਉਹਨਾਂ ਦੇ ਤਾਈਂ ਸਤਿਗੁਰਾਂ ਨੇ ਬਚਨ ਕਹੇ ਨੇ। ਹੇ ਸ਼ੁਭ ਮਤ ਤੁਮ ਸਭ ਕਿਛ ਲਹਿਓ ਗੁਰਦੇਵ ਕਹਿੰਦੇ ਸੁੰਦਰ ਜੀ, ਸ਼ੁਭਮਤੀ ਦੇ ਘਰ ਤੁਸੀਂ ਸਭ ਕੁਝ ਅੱਖੀਂ ਦੇਖਿਆ ਹੈ। ਸ੍ਰੀ ਗੁਰ ਅਮਰਦਾਸ ਜੀ ਪਿਜ ਸਪਾਂਤੀ ਜਿਸ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਪਤਾ ਤਿਲਕ ਦੀਨ ਸੁਖ ਸ਼ਾਂਤੀ ਸੁੱਖਾਂ ਦੇ ਘਰ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਦਿੱਤਾ ਸੀ। ਗੁਰੂ ਭਏ ਜਿਮ ਪਿਤਾ ਹਮਾਰੇ ਜਿਸ ਤਰ੍ਹਾਂ ਸਾਡੇ ਪਿਤਾ ਗੁਰੂ ਰਾਮਦਾਸ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ, ਸੋ ਬਨਾਏ ਅਬ ਕਰਹੁ ਉਚਾਰੇ ਉਹ ਸਾਰੀ ਜਿਹੜੀ ਘਟਨਾ ਹੈ ਉਹ ਤੁਸੀਂ ਬਿਆਨ ਕਰੋ, ਉਹਨਾਂ ਨੂੰ ਆਪਣੇ ਸ਼ਬਦਾਂ ਦੇ ਵਿੱਚ ਬਣਾ ਕੇ ਇੱਥੇ ਉਚਾਰਨ ਕਰੋ। ਸੁਨ ਸੁੰਦਰ ਨੇ ਸਦ ਬਨਾਵਾ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਬਚਨ ਸੁਣ ਕੇ ਤੇ ਬਾਬਾ ਸੁੰਦਰ ਜੀ ਨੇ ਫਿਰ ਸਦ ਉਚਾਰਨ ਕੀਤਾ। ਸਾਧ ਸੰਗਤ ਇਹ ਸਦ ਬਾਣੀ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਸ਼ਨ ਕਰਦੇ ਹਾਂ। ਬਾਬਾ ਸੁੰਦਰ ਜੀ ਦੀ ਉਚਾਰਨ ਕੀਤੀ ਇਹ ਬਾਣੀ ਹੈ। ਇਸ ਬਾਣੀ ਦੇ ਅੰਦਰ ਗੁਰੂ ਅਮਰਦਾਸ ਜੀ ਨੇ ਜਿਸ ਤਰ੍ਹਾਂ ਸਿੱਖ ਸੰਗਤਾਂ ਨੂੰ ਹੁਕਮ ਕੀਤਾ, ਹੱਥੀਂ ਗੁਰਤਾ ਗੱਦੀ ਦਾ ਤਿਲਕ ਦੇ ਕੇ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਕੀਤਾ। ਸਾਰੀ ਸੰਗਤ ਨੂੰ ਹੁਕਮ ਕੀਤਾ ਕਿ ਇਹਨਾਂ ਦੇ ਚਰਨਾਂ ਦੇ ਉੱਤੇ ਪਾਓ, ਤੇ ਸਭ ਤੋਂ ਅੱਗੇ ਬਾਬਾ ਮੋਹਰੀ ਜੀ ਹੋਏ, ਉਹਨਾਂ ਨੇ ਆਪਣਾ ਮਸਤਕ ਗੁਰੂ ਰਾਮਦਾਸ ਜੀ ਦੇ ਚਰਨੀ ਰੱਖਿਆ। ਇਹ ਸਾਰਾ ਕੁਝ ਆਪਾਂ ਸਤ ਬਾਣੀ ਦੇ ਅੰਦਰ ਪੜ੍ਹਦੇ ਹਾਂ। ਗੁਰੂ ਸਾਹਿਬ ਦਾ ਹੁਕਮ ਮੰਨ ਕੇ ਬਾਬਾ ਸੁੰਦਰ ਜੀ ਨੇ ਉਚਾਰਨ ਕੀਤਾ, ਸਤਿਗੁਰਾਂ ਨੇ ਸਤ ਬਣਾਈ ਹੈ। ਸ੍ਰੀ ਅਰਜਨ ਕੋ ਸਕਲ ਸੁਨਾਵਾ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸਾਰੀ ਸਤ ਬਣਾ ਕੇ ਸੁਣਾਈ। ਹੋਏ ਪ੍ਰਸੰਨ ਸੋ ਲੀਨ ਲਿਖਾਈ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪ੍ਰਸੰਨ ਹੋ ਕੇ ਉਹ ਸਾਰੀ ਬਾਣੀ ਜਿਹੜੀ ਸੀ ਲਿਖਵਾ ਲਈ। ਕਹਿਓ ਗ੍ਰੰਥ ਮੈਂ ਤਰਹਿ ਬਨਾਈ ਇਹ ਬਚਨ ਕਿਹਾ ਸਤਿਗੁਰਾਂ ਨੇ ਕਿ ਇਹ ਬਾਣੀ, ਇਹ ਸਦ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਵਿੱਚ ਰੱਖਾਂਗੇ। ਅੰਤ ਸਮੇਂ ਇਸ ਪਾਠ ਜੋ ਕਰਹੀ ਜਿਹੜਾ ਅੰਤਲੇ ਸਮੇਂ ਰਾਮਕਲੀ ਸਾਧ ਸੰਗਤ ਜਦੋਂ ਪ੍ਰਾਣੀ ਚਲਾਣਾ ਕਰਦਾ ਹੈ ਨਾ, ਤੇ 10ਵੇਂ ਤੇ ਭੋਗ ਪਾਇਆ ਜਾਂਦਾ ਹੈ, ਤੇ ਪਾਠੀ ਸਿੰਘ ਭੋਗ ਦੇ ਸ਼ਲੋਕਾਂ ਤੋਂ ਉਪਰੰਤ ਰਾਮਕਲੀ ਸਾਧ ਇਹਦਾ ਪਾਠ ਕਰਦੇ ਹਨ। ਅਕਸਰ ਹੀ ਆਪਾਂ ਦੇਖਦੇ ਹਾਂ ਇਹ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨ ਨੇ। ਅੰਤ ਸਮੇਂ ਇਸ ਪਾਠ ਜੋ ਕਰੇ, ਜਦੋਂ ਅੰਤਲੇ ਸਮੇਂ
ਇਹ ਪ੍ਰਾਣੀ ਦੇ ਨਿਮਿਤ ਪਾਠ ਕੀਤਾ ਜਾਵੇਗਾ ਰਾਮਕਲੀ ਸੱਧ ਦਾ। ਅੰਤ ਕਪੀਰ ਤਿਨਹੋਂ ਕੀ ਟਰਹੀ, ਅੰਤਲੇ ਸਮੇਂ ਜਮਾਂ ਦੀ ਪੀੜ ਜਿਹੜੀ ਹੈ ਉਹਦੀ ਟਲ ਜਾਵੇਗੀ। ਇਮ ਕਹਿ ਤਹ ਤੇ ਗਮਨੇ ਆਗੇ, ਇਹ ਬਚਨ ਕਹਿ ਕੇ ਸਤਿਗੁਰੂ ਜੀ ਉੱਥੋਂ ਅੱਗੇ ਚੱਲ ਪਏ ਨੇ। ਪਿਖਿਓ ਦੇਹੁਰਾ ਪਿਤ ਤੁਤ ਜਾਗੇ, ਜਿੱਥੇ ਪਿਤਾ ਗੁਰੂ ਰਾਮਦਾਸ ਜੀ ਦਾ ਦੇਵਰਾ ਸੀ ਉਹ ਜਾ ਕੇ ਦੇਖਿਆ ਹੈ। ਨਮਹਿ ਕਰਤ ਪਰ ਕਰਮਾ ਦੀਨਸ, ਉਸ ਦੇਵਰੇ ਦੀਆਂ ਜਿੱਥੇ ਗੁਰੂ ਰਾਮਦਾਸ ਜੀ ਦਾ ਸੰਸਕਾਰ ਹੋਇਆ ਪਰਕਰਮਾ ਕੀਤੀਆਂ ਉਹਨੂੰ ਨਮਸਕਾਰ ਕੀਤੀ ਹੈ। ਤਹਾਂ ਪ੍ਰਸਾਦ ਵਰਤਾਵਨ ਕੀਨਸ, ਉੱਥੇ ਜਾ ਕੇ ਸਤਿਗੁਰਾਂ ਨੇ ਪ੍ਰਸ਼ਾਦ ਵਰਤਾ ਦਿੱਤਾ। ਪਿਤ ਕੋ ਧਰਿਓ ਧਿਆਨ ਸੁਖ ਪਾਏ, ਪਿਤਾ ਗੁਰੂ ਰਾਮਦਾਸ ਜੀ ਦਾ ਧਿਆਨ ਧਾਰਿਆ, ਬਹੁਤਾ ਸੁਖ ਪ੍ਰਾਪਤ ਕੀਤਾ। ਆਨੰਦ ਤੇ ਲੋਚਨ ਜਲ ਛਾਏ, ਬਹੁਤਾ ਆਨੰਦ ਹਿਰਦੇ ਵਿੱਚ ਭਰਿਆ ਤੇ ਨੇਤਰ ਜਿਹੜੇ ਸਾਨੂੰ ਸੇਜਲ ਹੋ ਗਏ। ਇਹ ਪਿਆਰ ਦੇ, ਵਿਯੋਗ ਦੇ ਅਤੇ ਇਸੇ ਪ੍ਰਕਾਰ ਵਿਰਾਗ ਦੇ ਸਾਧ ਸੰਗਤ ਹੰਝੂ ਸਨ, ਕਿਉਂਕਿ ਸਿਆਪਾ ਕਰਨਾ, ਪਿੱਟਣਾ ਕਰਨਾ ਉਹਦੀ ਮਨਾਹੀ ਹੈ। ਪਰ ਕਿਸੇ ਪਿਆਰੇ ਨੂੰ ਯਾਦ ਕਰਕੇ ਉਹਨੂੰ ਯਾਦ ਕੀਤਿਆਂ ਵਿਰਾਗ ਹਿਰਦੇ ਵਿੱਚ ਆਇਆ ਤੇ ਨੇਤਰ ਸੇਜਲ ਹੋ ਜਾਣੇ, ਇਹ ਹੋਰ ਗੱਲ ਹੈ। ਗੁਰੂ ਰਾਮਦਾਸ ਮਹਾਰਾਜ ਜੀ ਦੇ ਗੁਣਾਂ ਨੂੰ ਯਾਦ ਕੀਤਾ, ਚਿੱਤ ਆਨੰਦ ਨਾਲ ਭਰ ਗਿਆ, ਨੇਤਰ ਜਿਹੜੇ ਸਾਨੂੰ ਸੇਜਲ ਹੋਏ ਹਨ। ਸਰਬ ਰੀਤ ਸ਼ੁਭ ਕਰ ਕੋ ਫਿਰੇ, ਹਰ ਤਰ੍ਹਾਂ ਸਤਿਗੁਰੂ ਜੀ ਨੇ ਉੱਥੇ ਚੰਗੀ ਤਰ੍ਹਾਂ ਦੇਖਿਆ ਤੇ ਫਿਰ ਉੱਥੇ ਵਿਚਰ ਕੇ ਮੰਦ ਮੰਦ ਆਵਤ ਪੇ ਕਰੇ, ਹੌਲੀ ਹੌਲੀ ਬਾਬੇ ਮੋਹਰੀ ਜੀ ਦੇ ਘਰ ਆ ਗਏ ਹਨ। ਬੈਠਕ ਰਹਿਓ ਸੁਖ ਸੰਗ ਆਹਾਰਾ, ਸੁਖ ਦੇ ਸਹਿਤ ਸਤਿਗੁਰਾਂ ਨੇ ਆ ਕੇ ਭੋਜਨ ਛਕਿਆ ਹੈ। ਸ੍ਰੀ ਗੁਰੂ ਅਰਜਨ ਪਰਮ ਉਦਾਰਾ, ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਪਰਮ ਉਦਾਰ ਚਿੱਤ ਸਤਿਗੁਰੂ, ਜਿਨ੍ਹਾਂ ਦੇ ਦਰਸ਼ਨ ਕੀਤਿਆਂ ਜਮਾਂ ਦੀ ਪੀੜ ਉਤਰ ਜਾਂਦੀ ਹੈ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਐਸੇ ਦੀਨ ਦਿਆਲ ਸਤਿਗੁਰੂ ਤਾਰਿਆ ਜਹਾਨ, ਲਹਿਆ ਅਬਮਾਨ। ਜਿਨੀ ਦਰਸ਼ਨ ਪਾਇਆ, ਜਿਨੀ ਤੁਧ ਨੂੰ ਧਨ ਕਹਿਆ, ਤਿਨ ਜਮ ਨੇੜ ਨਾ ਆਇਆ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫਿਰ ਮਹਾਰਾਜ ਬਾਬੇ ਮੋਹਰੀ ਦੇ ਘਰ ਆ ਕੇ ਰਾਤ ਬਤੀਤ ਕਰਦੇ ਨੇ। ਅਗਲਾ ਦਿਨ ਚੜ੍ਹਦਾ ਸਤਿਗੁਰੂ ਜੀ ਸਾਰੇ ਪਰਿਵਾਰ ਦੇ ਜੀਆਂ ਨੂੰ ਮਿਲ ਕੇ ਗੋਇੰਦਵਾਲ ਸਾਹਿਬ ਤੋਂ ਚੱਲਦੇ ਨੇ, ਫਿਰ ਖਡੂਰ ਸਾਹਿਬ ਆਉਂਦੇ ਨੇ, ਜਿੱਥੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦਾ ਨਿਵਾਸ ਸਥਾਨ ਹੈ ਅਤੇ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਪਰਿਵਾਰ ਉੱਥੇ ਰਹਿ ਰਿਹਾ ਹੈ। ਉਹਨਾਂ ਨੂੰ ਮਿਲਣਗੇ, ਬਾਬੇ ਦਾਤੂ ਜੀ ਦਾ ਕਸ਼ਟ ਕੱਟਣਗੇ। ਇਹ ਵਿਚਾਰ ਆਪਾਂ ਕੱਲ੍ਹ ਦੇ ਦੀਵਾਨਾਂ 'ਚ ਸਰਵਣ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ, ਅੱਗੇ ਵਾਸਤੇ ਅਸੀਸ ਦੇਣੀ ਜੀ। ਆਓ ਦੋ ਪੰਕਤੀਆਂ ਸਰਵਣ ਕਰੀਏ, ਇੱਥੇ ਫਤਿਹ ਬੁਲਾਈਏ ਜੀ। ਸਰਬ ਰੀਤ ਸ਼ੁਭ ਕਰ ਕੈ ਫਿਰੇ, ਮੰਦ ਮੰਦ ਆਵਤ ਪੇ ਕਰੇ। ਬੈਠ ਕਰਿਓ ਸੁਖ ਸੰਗ ਆਹਾਰਾ, ਸ੍ਰੀ ਗੁਰੂ ਅਰਜਨ ਪਰਮ ਉਦਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।